888-9914 ਹਰਨੇਕ ਸਿੰਘ ਪਾਬਲਰ ਰੈਂਟਨ ਵਾਸ਼ਿੰਗਟਨ ਤਲਵਿੰਦਰ ਸਿੰਘ ਗਿੱਲ ਰਮਿੰਦਰ ਬਸਰਾ ਬੇਕਰਸਫੀਲਡ ਮੇਜਰ ਸਿੰਘ ਸਿੱਧੂ ਬਿੰਦਰ ਧਾਲੀਵਾਲ ਬੇਕਰਸਫੀਲਡ ਬਲਜਿੰਦਰ ਨਿੱਜਰ ਵੁੱਡਲੈਂਡ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਵੀਕਐਂਡ ਦੇ ਦੌਰਾਨ ਮਿਨੇਸੋਟਾ ਦੇ ਵਿੱਚ ਇੱਕ ਲਾ ਮੇਕਰ ਤੇ ਉਹਦੇ ਹਸਬੈਂਡ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ। ਸੋ ਉਹਦੇ ਸਬੰਧ ਦੇ ਵਿੱਚ ਬੈਂਸ ਲੂਥਰ ਜੋ ਬੰਦਾ ਆ ਸਸਪੈਕਟ ਸੀ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਮਲੀਸਾ ਹੌਟਮੈਨ ਜੋ ਟੌਪ ਦੀ ਡੈਮੋਕ੍ਰੇਟ ਉੱਥੇ ਦੀ ਲੋਕਲ ਕਾਂਗਰਸ ਵੂਮਨ ਸੀਗੀ ਮਿਨੇਸੋਟਾ ਹਾਊਸ ਦੀ, ਤੇ ਉਹਦਾ ਜਿਹੜਾ ਘਰ ਵਾਲਾ ਸੀ ਮਾਰਕ, ਉਸ ਨੂੰ ਸ਼ਨੀਚਰਵਾਰ ਨੂੰ ਉਹਦੇ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀ। ਗਵਰਨਰ ਟਿਮ ਵਾਲਜ਼ ਉਹਨਾਂ ਨੇ ਇਹ ਕਿਹਾ ਸੀ ਵੀ ਪੋਲੀਟੀਕਲੀ ਮੋਟੀਵੇਟਡ ਅਸੈਸੀਨੇਸ਼ਨ ਹੈਗੀ ਆ। ਜਿਹੜੇ ਬੰਦੇ ਨੇ ਕਤਲ ਕੀਤਾ ਬੈਂਸ ਵੋਲਟਰ 57 ਸਾਲਾਂ ਦਾ, ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਉਸਨੇ ਇਸ ਤੋਂ ਬਾਅਦ ਇੱਕ ਹੋਰ ਵੀ ਜਿਹੜਾ ਇਲੈਕਟਡ ਆਫੀਸ਼ੀਅਲ ਆ ਉਹਨੂੰ ਜਿਹੜਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਜਦੋਂ ਉਸ ਨੂੰ ਅਰੈਸਟ ਕੀਤਾ ਗਿਆ 70 ਦੇ ਕਰੀਬ ਹੁਣ ਜੋ ਪੋਲੀਟੀਸ਼ੀਅਨ ਸੀ ਉਹਨਾਂ ਦੀ ਜਿਹੜੀ ਲਿਸਟ ਬਣਾਈ ਹੋਈ ਸੀ ਜਿਨ੍ਹਾਂ ਦਾ ਕਤਲ ਕਰਨਾ ਸੀ। ਜੀ, ਸੋ ਵੈਂਸ ਵੋਲਟਰ ਮਿਨੇਸੋਟਾ ਦੇ ਜਿਹੜੇ 2 ਲਾ ਮੇਕਰਸ ਨੂੰ ਜਿਹੜਾ ਉਸਨੇ ਸ਼ਾਟ ਕੀਤਾ, ਨਾਲ ਉਹਨਾਂ ਦੇ ਸਪਾਊਸਸ ਨੂੰ ਜਿਹੜਾ ਉਹ ਸ਼ਾਟ ਕੀਤਾ। ਪੋਲੀਟੀਕਲੀ ਮੋਟੀਵੇਟਡ, ਜਿੱਦਾਂ ਹਰਜੋਸ਼ੀ ਨੇ ਦੱਸਿਆ, ਡੈਮੋਕ੍ਰੇਟ ਪਾਰਟੀ ਦੇ ਬੰਦਿਆਂ ਨੂੰ ਇਸ ਦੇ ਦੁਆਰਾ ਇਸ ਨੇ ਜਿਹੜਾ ਆ ਲਾ ਮੇਕਰਸ ਨੂੰ ਜਿਹੜਾ ਇਹਨੇ ਕੀਤਾ ਆ। ਸੋ ਮਾਗਾ ਵਾਲੇ ਤਾਂ ਇਸ ਨੂੰ ਕਹਿ ਰਹੇ ਆ ਵੀ ਨਹੀਂ, ਇਹ ਸਾਡੀ ਪਾਰਟੀ ਨੂੰ ਜਾਂ ਰਿਪਬਲਿਕਨ ਪਾਰਟੀ ਵਾਲਾ ਵੀ ਇਹ ਸਾਨੂੰ ਰਿਪਰੈਜ਼ੈਂਟ ਨਹੀਂ ਕਰਦਾ, ਇਹ ਟੋਟਲੀ ਜਿਹੜੀ ਇਹ ਗਲਤ ਗੱਲ ਆ। ਸ਼ੈਰਿਫ ਆਫਿਸ ਨੇ ਜਿਹੜਾ ਉਹ ਲਿਖਿਆ ਫੇਸ ਆਫ ਈਵਲ, ਕਹਿੰਦੇ ਵੀ ਬਹੁਤ ਹੀ ਮਿਹਨਤ ਤੋਂ ਬਾਅਦ ਦੇ ਵਿੱਚ, ਰਿਲੈਂਟਲੈਸ ਤੇ ਡਿਟਰਮਿਨਡ ਪੁਲਿਸ ਵਰਕ ਤੋਂ ਬਾਅਦ ਦੇ ਵਿੱਚ ਜਿਹੜਾ ਕਿਲਰ ਆ ਉਸ ਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਆ। ਕਹਿੰਦੇ ਵੀ ਮਲਟੀਪਲ ਏਜੰਸੀਜ਼ ਦੀ ਜਿਹੜੀ ਡੈਡੀਕੇਸ਼ਨ ਤੋਂ ਬਾਅਦ ਦੇ ਵਿੱਚ ਇਸ ਬੰਦੇ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਜਿਹੜੀ ਉਹ ਮਦਦ ਮਿਲੀ ਆ। ਜਸਟਿਸ ਇਜ਼ ਵਨ ਸਟੈਪ ਕਲੋਜ਼ਰ। ਕਹਿੰਦੇ ਵੀ ਬੀਤੇ ਸ਼ਨੀਚਰਵਾਰ ਤੋਂ ਹੀ ਜਿਹੜੀ ਇਸ ਦੀ ਭਾਲ ਆ ਉਹ ਚੱਲ ਰਹੀ ਸੀ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਮਿਨੇਸੋਟਾ ਦੀ ਰਿਪਰੈਜ਼ੈਂਟੇਟਿਵ ਮਲੀਸਾ ਹੌਟਮੈਨ ਤੇ ਉਸਦੇ ਘਰ ਵਾਲੇ ਮਾਰਕ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਇਹ ਭੱਜ ਗਿਆ ਸੀਗਾ। 36 ਘੰਟੇ ਇਸ ਨੂੰ ਲੱਭਣ ਦੇ ਲਈ ਮੈਨ ਹੰਟ ਜਿਹੜੀ ਆ ਉਹ ਚੱਲਦੀ ਰਹੀ। ਅਥਾਰਟੀਜ਼ ਦੇ ਦੁਆਰਾ ਬਹੁਤ ਸਾਰੇ ਥਾਵਾਂ ਦੇ ਉੱਤੇ ਸ਼ੈਲਟਰ ਇਨ ਪਲੇਸ ਵੀ ਜਿਹੜਾ ਆ ਉਹ ਐਲਾਨਿਆ ਗਿਆ ਸੀਗਾ। ਬਰੁਕਲਿਨ ਪਾਰਕ ਦੇ ਪੁਲਿਸ ਚੀਫ ਮਾਰਕ ਬਰਲੀ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਵੀ ਸੂਬੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੈਨਹੰਟ ਆ ਉਹ ਕੀਤੀ ਗਈ ਹੈਗੀ ਆ। ਵੋਲਟਰ ਕਹਿੰਦੇ ਵੀ ਉਸਨੇ ਯੂਨੀਫਾਰਮ, ਪੁਲਿਸ ਵਾਲਿਆਂ ਦੀ ਯੂਨੀਫਾਰਮ ਪਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਦਾਖਲ ਹੋਣ ਦੇ ਵਿੱਚ ਕਾਮਯਾਬ ਰਿਹਾ, ਤੇ ਜਿਸ ਤੋਂ ਬਾਅਦ ਦੇ ਵਿੱਚ ਉਸ ਨੇ ਇਹਨਾਂ ਲਾ ਮੇਕਰਸ ਤੇ ਉਸ ਦੇ ਜਿਹੜੇ ਘਰ ਵਾਲੇ ਦੇ ਉੱਤੇ ਜਿਹੜੀ ਆ ਇਹ ਕਾਤਲਾਨਾ ਹਮਲਾ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਟਿਮ ਵਾਲਟਸ ਉਹਨਾਂ ਨੇ ਕੱਲ ਜਿਹੜੀ ਰਾਤ ਨੂੰ ਨਿਊਜ਼ ਕਾਨਫਰੰਸ ਕਰਦੇ ਹੋਏ ਕਿਹਾ ਵੀ ਸਟੇਟ ਇਹ ਪੱਕਿਆਂ ਕਰੇਗੀ ਵੀ ਫੇਅਰ ਤੇ ਜਸਟਿਸ ਜਿਹੜਾ ਆ ਉਹ ਪ੍ਰਵੇਲ ਕਰ ਸਕੇ। ਸੋ ਮਿਨੇਸੋਟਾ ਦੇ ਐਫਰਟ ਜਿਹੜੇ ਕਹਿੰਦੇ ਵੀ ਅਸੀਂ ਹਰ ਇੱਕ ਸੂਬੇ ਦਾ ਜਿਹੜਾ ਐਫਰਟ ਆ ਉਹ ਲਾ ਦੇਵਾਂਗੇ ਇਸ ਬੰਦੇ ਨੂੰ ਇਨਸਾਫ ਦੇ ਤਰਾਜੂ ਦੇ ਵਿੱਚ ਬੇਸਿਕਲੀ ਤੋਲਣ ਦੇ ਲਈ। ਸੋ ਜਿਹੜੇ ਪਿਛਲੇ 2 ਦਿਨ ਸੀਗੇ ਕਾਫੀ ਕੰਪਲੈਕਸ ਤੇ ਡੇਂਜਰਸ ਜਿਹੜੀ ਮੈਨ ਹੰਟ ਆ ਉਹ ਰਹੀ। ਮਲੀਸਾ ਤੇ ਮਾਰਕ ਹੌਟਮੈਨ ਉਹਨਾਂ ਦੇ ਪਰਿਵਾਰਾਂ ਦੇ ਦੁਆਰਾ ਜਿਹੜਾ ਹੁਣ ਜਸਟਿਸ ਦੀ ਜਿਹੜੀ ਮੰਗ ਆਬਵੀਅਸਲੀ ਉਹ ਚੱਲ ਰਹੀ ਆ। ਤੇ ਇਹ ਮਾਮਲਾ ਵੀ ਹਰਜੋਤ ਸਿੰਘ ਜੀ ਉਦੋਂ ਹੋਇਆ ਜਦੋਂ ਫਾਦਰਸ ਡੇ ਜਿਹੜਾ ਉਹ ਬੀਤੀ ਕੱਲ ਜਿਹੜਾ ਆ ਉਹ ਸਾਰੇ ਪਾਸੇ ਜਿਹੜਾ ਉਹ ਮਨਾਇਆ ਗਿਆ ਹੈਗਾ। ਯੂਐਸ ਦੀ ਜਿਹੜੀ ਸੈਨੇਟਰ ਐਮੀ ਕੋਲਬਰਚਰ ਆ ਉਹਨਾਂ ਨੇ ਰਿਟਨ ਸਟੇਟਮੈਂਟ ਜਾਰੀ ਕਰਦੇ ਹੋਏ ਲਾ ਇਨਫੋਰਸਮੈਂਟ ਦਾ ਜਿਹੜਾ ਉਹ ਧੰਨਵਾਦ ਕੀਤਾ ਵੀ ਜਿਹੜਾ ਵੋਲਟਰ ਆ ਉਸ ਨੂੰ ਫੜਨ ਦੇ ਵਿੱਚ, ਲੋਕੇਟ ਤੇ ਅਰੈਸਟ ਕਰਨ ਦੇ ਵਿੱਚ ਬੜਾ ਇੱਕ ਹੀਰੋਇਕ ਐਫਰਟ ਉਹਨਾਂ ਦੁਆਰਾ ਕੀਤਾ ਗਿਆ ਆ। ਅਧਿਕਾਰੀਆਂ ਨੇ ਦੱਸਿਆ ਵੀ ਬਰੁਕਲਿਨ ਪਾਰਕ ਪੁਲਿਸ ਹੌਟਮੈਨ ਦੇ ਘਰੇ ਤਕਰੀਬਨ ਸਵੇਰੇ 3:30 ਵਜੇ ਸ਼ਨੀਚਰਵਾਰ ਨੂੰ ਪਹੁੰਚੀ, ਤੇ ਜਦ ਉਹਦੇ ਬਾਹਰ ਦੇਖਿਆ ਤਾਂ ਗੱਡੀ ਜਿਹੜੀ ਆ SUV, ਪੁਲਿਸ ਦੀ SUV ਵਰਗੀ ਗੱਡੀ ਜਿਹੜੀ ਆ ਉਹ ਉੱਥੇ ਖੜੀ ਸੀਗੀ ਜਿਸ ਦੀਆਂ ਐਮਰਜੈਂਸੀ ਲਾਈਟਸ ਔਨ ਸੀਗੀਆਂ। ਵੋਲਟਰ ਉਦੋਂ ਤੱਕ ਇਹ ਕਤਲ ਨੂੰ ਅੰਜਾਮ ਦੇ ਕੇ ਜਿਹੜਾ ਉਹ
ਭੱਜ ਚੁੱਕਾ ਸੀ। ਸੋ ਪੋਲੀਟੀਕਲ ਅਸੈਸੀਨੇਸ਼ਨ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਜਿਹੜੇ ਗਵਰਨਰ ਵਾਲਟਸ ਆ ਉਹਨਾਂ ਨੇ ਜਿਹੜੇ ਝੰਡੇ ਆ ਉਹਨਾਂ ਨੂੰ ਹਾਫ ਸਟਾਫ ਦੇ ਉੱਤੇ ਕਰ ਦਿੱਤਾ। ਜਿਹੜੀ ਕਤਲ ਹੋਈ ਬੀਬੀ ਆ ਲਾਅ ਮੇਕਰ ਤੇ ਉਸਦੇ ਘਰ ਵਾਲੇ ਦੀ ਜਿਹੜੇ ਕਹਿ ਸਕਦੇ ਆ ਔਨਰ ਦੇ ਵਿੱਚ। ਜੀ ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਹੁਣੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣਾਂ ਨੂੰ ਜਿਹੜੀ G7 ਸਮਿਟ ਹੋ ਰਹੀ ਹੈਗੀ ਆ ਕੈਲਗਰੀ ਦੇ ਵਿੱਚ, ਉੱਥੇ ਅੱਜ ਸਵੇਰੇ ਮਿਲੇ ਹੈਗੇ ਆ। ਟਰੰਪ ਉਹਨਾਂ ਨੇ ਸ਼ੁਰੂਆਤ ਕੀਤੀ ਆ ਤੇ ਕਾਰਨੀ ਹੁਣਾਂ ਨੇ ਧੰਨਵਾਦ ਕੀਤਾ, ਵੈਲਕਮ ਕੀਤਾ ਹੈਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਦਾ, ਤੇ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਹੈਗੀਆਂ। ਤੇ ਕਹਿੰਦੇ ਭਈ ਕਾਰਨੀ ਜਿਹੜਾ ਸੀ ਉਹ US ਫਲੈਗ ਦੇ ਸਾਹਮਣੇ ਬੈਠਾ ਸੀ ਤੇ ਟਰੰਪ ਉਹਦੀ ਕੈਨੇਡਾ ਦੇ ਫਲੈਗ ਦੇ ਸਾਹਮਣੇ ਬੈਠੇ ਸੀ। ਇਹ ਉਸ ਟਾਈਮ ਚੱਲ ਰਿਹਾ ਜਿਸ ਟਾਈਮ ਦੇ ਉੱਤੇ US ਬਹੁਤ ਵੱਡੇ ਨੰਬਰ ਦੇ ਵਿੱਚ ਜਿਹੜੇ 에ਅਰਕ੍ਰਾਫਟਸ ਆ ਉਹ ਰੀਫਿਊਲ ਕਰ ਰਿਹਾ ਯੂਰਪ ਦੇ ਵਿੱਚ। ਮਿਡਲ ਈਸਟ ਦੇ ਵਿੱਚ ਜੋ ਟੈਨਸ਼ਨਸ ਚੱਲ ਰਹੀਆਂ, ਈਵਨ ਦੋ ਟਰੰਪ ਹੁਣੀ ਇਹ ਕਹਿ ਰਿਹਾ ਵੀ ਅਮਰੀਕਾ ਇਹਦੇ ਵਿੱਚ ਇਨਵੋਲਵ ਨਹੀਂ, ਪਰ ਦੂਸਰੇ ਪਾਸੇ ਤਿਆਰੀ ਵੀ ਕਰ ਰਹੇ ਹੈਗੇ ਆ। ਸੋ ਆਫੀਸ਼ੀਅਲਸ ਇਹ ਵੀ ਕਹਿ ਰਹੇ ਆ ਵੀ US ਦਾ ਜਿਹੜਾ 에ਅਰਕ੍ਰਾਫਟ ਕੈਰੀਅਰ ਨਿਮਿਜ਼ ਆ ਉਹ ਮਿਡਲ ਈਸਟ ਨੂੰ ਜਾ ਰਿਹਾ ਹੈਗਾ। ਤੇ ਟਰੰਪ ਉਹਨਾਂ ਨੇ ਫੇਰ ਜਾ ਕੇ ਕਾਮਰੇਡਾਂ ਦੀ ਇੱਕ ਵਾਰੀ ਸਾਈਡ ਲਈ ਹੈਗੀ ਆ। ਕਹਿੰਦੇ ਵੀ ਜਿਹੜਾ ਰਸ਼ੀਆ ਆ ਉਹਨਾਂ ਨੂੰ G8 ਦੇ ਵਿੱਚੋਂ ਨਹੀਂ ਕੱਢਣਾ ਚਾਹੀਦਾ ਸੀ। ਸਰੋਤਿਆਂ ਨੂੰ ਯਾਦ ਹੋਊਗਾ 2014 ਦੇ ਵਿੱਚ ਜਦੋਂ ਰਸ਼ੀਆ ਵਾਲਿਆਂ ਨੇ ਕ੍ਰੀਮੀਆ ਅਨੈਕਸ ਕਰ ਲਿਆ ਸੀ ਯੂਕਰੇਨ ਤੋਂ, ਉਸ ਟਾਈਮ ਦੇ ਉੱਤੇ G7 ਜਿਹੜਾ ਪਹਿਲਾਂ G8 ਹੁੰਦੀ ਸੀ ਫਿਰ ਹੁਣ G7 ਬਣਿਆ। ਸੋ ਉਹਨੂੰ ਜਿਹੜਾ ਆ ਬਰਾਕ ਓਬਾਮਾ ਹੁਣੀ ਪ੍ਰੈਜ਼ੀਡੈਂਟ ਸੀ ਤੇ ਟਰੂਡੋ ਹੁਣੀ ਪ੍ਰਾਈਮ ਮਿਨਿਸਟਰ ਸੀ ਤੇ ਉਹਨਾਂ ਨੇ ਰਸ਼ੀਆ ਨੂੰ ਇਹਦੇ ਵਿੱਚੋਂ ਕੱਢ ਦਿੱਤਾ ਸੀਗਾ। ਤੇ ਦੂਸਰੇ ਪਾਸੇ ਜੋ ਇੱਕ ਜੁਆਇੰਟ ਸਟੇਟਮੈਂਟ ਸਾਰੇ ਜਿਹੜੇ G7 ਦੇ ਮੈਂਬਰਸ ਹੈਗੇ ਉਹਨਾਂ ਵੱਲੋਂ ਇੱਕ ਤਿਆਰ ਕੀਤੀ ਗਈ ਆ ਤਾਂ ਕਿ ਈਰਾਨ ਤੇ ਇਜ਼ਰਾਈਲ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਆ ਉਸ ਨੂੰ ਰੋਕਿਆ ਜਾ ਸਕੇ। ਪਰ ਟਰੰਪ ਉਹਨਾਂ ਨੇ ਇਹ ਕਹਿ ਦਿੱਤਾ ਵੀ ਮੈਂ ਉਹਦੇ ਉੱਤੇ ਸਾਈਨ ਨਹੀਂ ਕਰੂੰਗਾ, ਮੈਂ ਉਹਦੇ ਨਾਲ ਨਹੀਂ ਐਗਰੀ ਕਰਦਾ ਹੈਗਾ। ਹਾਲਾਂਕਿ ਕਹਿੰਦੇ ਵੀ ਮੈਂ ਸਾਈਡ ਤੇ ਦੋਨਾਂ ਨਾਲ ਗੱਲਬਾਤ ਕਰ ਰਿਹਾ ਹਾਂ ਤਾਂ ਕਿ ਜਿਹੜੀ ਲੜਾਈ ਆ ਉਹ ਖਤਮ ਕੀਤੀ ਜਾ ਸਕੇ। ਇਜ਼ਰਾਈਲ ਦੇ ਪ੍ਰੈਜ਼ੀਡੈਂਟ ਨੇ ਈਰਾਨ ਨੂੰ ਅਕਿਊਜ਼ ਕੀਤਾ ਆ ਵੀ ਉਹ ਟਰੰਪ ਉਹਨਾਂ ਦੇ ਨਾਲ ਨੈਗੋਸ਼ੀਏਸ਼ਨ ਨੂੰ ਲੈ ਕੇ ਕਵਰ ਅਪ ਕਰ ਰਿਹਾ ਤਾਂ ਕਿ ਉਹ ਆਪਣਾ ਜਿਹੜਾ ਨਿਊਕਲੀਅਰ ਵੈਪਨ ਪ੍ਰੋਗਰਾਮ ਆ ਉਸ ਨੂੰ ਐਕਸਪੈਂਡ ਕਰ ਸਕਣ। ਜੀ ਬਿਲਕੁਲ। ਸੋ ਇਸ ਤਰੀਕੇ ਦੇ ਨਾਲ ਜੋ ਉੱਥੇ ਸਥਿਤੀ ਬਣ ਰਹੀ ਹੈ G7 ਦੇ ਵਿੱਚ, ਉਧਰ ਮੋਦੀ ਵੀ ਜਿਹੜਾ ਆ ਕੈਨੇਡਾ ਦੇ ਵਿੱਚ ਪਹੁੰਚ ਰਿਹਾ ਆ। ਉਹਦੇ ਮੋਦੀ ਦੇ ਸਵਾਗਤ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਇੱਕ ਹਿਸਾਬ ਦੇ ਨਾਲ ਰੈਲੀ ਕੱਢੀ ਗਈ ਜਿੱਥੇ ਖਾਲਿਸਤਾਨ ਦੇ ਜਿਹੜੇ ਝੰਡਿਆਂ ਵਾਲੀ ਬਹੁਤ ਲੰਬੀ ਲਾਈਨਾਂ ਦੇ ਵਿੱਚ ਜਿਹੜੀਆਂ ਗੱਡੀਆਂ ਆ ਉਹ ਮੋਦੀ ਦੇ ਸਵਾਗਤ ਨੂੰ ਉੱਥੇ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਸੀਗੀਆਂ ਵੀ ਅੱਖਾਂ ਦੇ ਵਿੱਚ ਜਿਹੜੀ ਚੀਜ਼ ਉਸਦੇ ਰੜਕਦੀ ਆ ਜਿਸ ਦੇ ਨਾਲ ਜੁੜੇ ਹੋਏ ਲੋਕਾਂ ਦੀ ਅਸੈਸੀਨੇਸ਼ਨ ਅਟੈਂਪਟਸ ਜਿਹੜੀਆਂ ਕਰਵਾਈਆਂ ਜਾ ਰਹੀਆਂ ਭਾਰਤ ਦੀ ਸਰਕਾਰ ਦੇ ਦੁਆਰਾ, ਉਹ ਜਿਹੜੇ ਚੀਜ਼ਾਂ ਆ ਉਹ ਤਸਵੀਰਾਂ ਜਿਸ ਨੂੰ ਉਸ ਨੂੰ ਉਤਰਦਿਆਂ ਹੀ ਕਹਿੰਦੇ ਆ ਉਹ ਦੇਖਣੀਆਂ ਪੈ ਰਹੀਆਂ ਆ। ਸੋ ਆਪਾਂ ਪਿਛਲੇ ਵੀਕਐਂਡ ਦੇ ਉੱਤੇ ਵੀ ਖਬਰ ਸ਼ੇਅਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਟੌਪ ਦੇ ਜਿਹੜੇ ਲੀਡਰਸ ਦੇ ਵਿੱਚੋਂ ਇੱਕ ਉਸ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਆ ਉਹ ਰਚੀ ਜਾ ਰਹੀ ਸੀ। ਉਹਦੇ ਪਿੱਛੇ ਉਹ ਰੈਕੀ ਜਿਹੜੀ ਉਹ ਕਰ ਰਹੇ ਸੀਗੇ ਗੈਂਗਸਟਰ ਜਿਹੜੇ ਭਾਰਤ ਸਰਕਾਰ ਨੇ ਲਾਏ ਸੀ ਤੇ ਜਿਹੜੀ ਕੈਨੇਡਾ ਦੀ ਸਰਕਾਰ ਆ ਉਸ ਦੇ ਉੱਤੇ ਕੋਈ ਠੰਡਾ ਜਿਹਾ ਹੀ ਜਵਾਬ ਜਿਹੜਾ ਹਰਜੋਤ ਸਿੰਘ ਜੀ ਕਹਿ ਸਕਦੇ ਆ ਵੀ ਓਵਰਆਲ ਰਿਹਾ ਆ। ਕੈਨੇਡੀਅਨ ਧਰਤੀ ਤੇ ਕੈਨੇਡੀਅਨ ਨੂੰ ਮਾਰਨ ਤੋਂ ਬਾਅਦ ਚ ਤੇ ਅਨੇਕਾਂ ਹੀ ਹੋਰ ਅਜਿਹੇ ਐਕਟਿਵਿਸਟ ਆ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਉਹਨਾਂ ਦੀ ਜਾਨ ਨੂੰ ਖਤਰੇ ਹੋਣ ਦੇ ਬਾਵਜੂਦ ਉਸ ਮੁਲਕ ਦੇ ਬੰਦੇ ਨੂੰ ਜਿਹੜਾ ਆ ਉੱਥੇ ਸੱਦਿਆ ਗਿਆ ਆ। ਖਾਸਾ ਜਿਹੜਾ ਇਸ ਚੀਜ਼ ਦਾ ਬੁਰਾ ਆ ਇਸ ਟਾਈਮ ਖਾਸ ਕਰਕੇ ਜਿਹੜੇ ਸਿੱਖ ਕੈਨੇਡੀਅਨਸ ਆ ਉਹਨਾਂ ਦੁਆਰਾ ਮਨਾਇਆ ਜਾ ਰਿਹਾ ਹੈਗਾ ਆ ਤੇ ਉਹ ਲਗਾਤਾਰ ਇਸ ਚੀਜ਼ ਦੇ ਉਲਟ ਆਵਾਜ਼ ਜਿਹੜੀ ਆ ਉਹ ਬੁਲੰਦ ਕਰ ਰਹੇ ਆ। ਹਾਂ, ਸਗੋਂ ਇਨਫੈਕਟ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਆਪਾਂ ਵੀ ਸ਼ੇਅਰ ਕੀਤਾ ਸੀਗਾ ਕਿਸ ਤਰੀਕੇ ਦੇ ਨਾਲ ਕੈਨੇਡਾ ਤੇ ਇੰਡੀਆ ਵਾਲਿਆਂ ਨੇ ਕ੍ਰਾਈਮ ਤੇ ਟੈਰਰਿਜ਼ਮ ਨੂੰ ਲੈ ਕੇ ਆਪਸ ਦੇ ਵਿੱਚ ਸਮਝੌਤਾ ਜਿਹੜਾ ਆ ਇੰਟੈਲੀਜੈਂਸ ਸ਼ੇਅਰ ਕਰਨ ਦਾ ਜਿਹੜਾ ਉਹ ਸਮਝੌਤਾ ਕਰ ਲਿਆ। ਇਸ ਦੇ ਕੀ ਮਾਇਨੇ ਜਿਹੜੇ ਉਹ ਰਹਿਣਗੇ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਇਦਾਂ ਲੱਗ ਰਿਹਾ ਵੀ ਉੱਥੇ ਰਹਿ ਰਹੇ ਜਿਹੜੇ ਸਿੱਖ ਆ ਉਹਨਾਂ ਨੂੰ ਇਲੈਕਸ਼ਨ ਵੇਲੇ ਤਾਂ ਜਿਹੜਾ ਉਹ ਵਰਤ ਲਿਆ ਗਿਆ ਤੇ ਹੁਣ ਇੱਕ ਹਿਸਾਬ ਦੇ ਨਾਲ ਸਾਈਡ ਦੇ ਉੱਤੇ
ਸੁੱਟਣ ਦੀ ਜਿਹੜੀ ਉਹ ਤਿਆਰੀ ਚੱਲ ਰਹੀ ਆ, ਅਨਲੈਸ ਮਾਰਕ ਕਾਰਨੀ ਕੁਛ ਹੋਰ ਜਿਹੜਾ ਅੰਦਰ ਖਾਤੇ ਸੋਚਦਾ ਹੋਵੇ, ਪਰ ਉਸਦੇ ਜਿਹੜੇ ਪਬਲਿਕ ਬਿਆਨਾਂ ਤੋਂ ਤਾਂ ਇਹੀ ਲੱਗ ਰਿਹਾ ਆ ਵੀ ਉਹ ਭਾਰਤ ਦੇ ਨਾਲ ਜਿਹੜੇ ਸੰਬੰਧ ਆ ਉਹਨਾਂ ਨੂੰ ਦਰੁਸਤ ਕਰਨ ਵਾਲੇ ਪਾਸੇ ਨੂੰ ਕਦਮ ਜਿਹੜੇ ਆ ਉਹ ਮਾਰਕ ਕਾਰਨੀ ਹੁਣੀ ਜਿਹੜੇ ਉਹ ਵਧਾ ਰਹੇ ਆ। ਉਹ ਪਾਰਲੀਮੈਂਟ ਦੇ ਵਿੱਚ ਖੜ ਕੇ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਉਹਨਾਂ ਨੇ ਕਿਹਾ ਵੀ ਕੈਨੇਡੀਅਨ ਸੋਵਰਨਿਟੀ, ਉਸ ਤੇ ਕੈਨੇਡੀਅਨਸ ਦੇ ਜਿਹੜੀ ਜਾਨ ਆ, ਉਸ ਦੀ ਸੇਫਟੀ ਆ, ਉਹ ਸਾਡੇ ਲਈ ਸਭ ਤੋਂ ਪ੍ਰਮੁੱਖ ਹੈਗੀ ਆ। ਕੀ ਉਹ ਐਕਸ਼ਨਸ ਦੇ ਵਿੱਚ ਵੀ ਨਜ਼ਰ ਆਊਗੀ, ਇਹ ਹੁਣ ਜਿਹੜੇ ਵੱਡੇ ਸਵਾਲ ਆ ਉਹ ਰਹਿਣ ਵਾਲੇ ਆ। ਪਰ ਮੋਦੀ ਕੈਨੇਡਾ ਦੇ ਵਿੱਚ G7 ਸਮਿਟ ਦੇ ਲਈ, ਜਦ ਕਿ G7 ਦਾ ਮੈਂਬਰ ਨਹੀਂ ਵੀ ਹੈਗਾ, ਪਰ ਫਿਰ ਵੀ ਉਸ ਦੇ ਬਾਵਜੂਦ ਉਹ ਉੱਥੇ ਪਹੁੰਚਿਆ ਆ ਤੇ ਜਿੱਥੇ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਕਹਿ ਸਕਦੇ ਹਾਂ ਵੀ ਉਸ ਦੀਆਂ ਅੱਖਾਂ ਕਹਿ ਸਕਦੇ ਹਾਂ ਵੀ ਉਸ ਨੂੰ ਉਹ ਆਉਂਦਿਆਂ ਨੂੰ ਉਹੀ ਦ੍ਰਿਸ਼ ਦੇਖਣੇ ਪਏ ਹੈਗੇ ਆ। ਦੂਸਰੇ ਪਾਸੇ ਇਜ਼ਰਾਈਲ ਤੇ ਇਰਾਨ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਆ 4 ਦਿਨ ਹੋ ਗਏ ਆ ਤੇ ਦੋਨਾਂ ਹੀ ਮੁਲਕਾਂ ਵੱਲੋਂ ਇੱਕ ਦੂਜੇ ਉੱਤੇ ਜਿਹੜੀਆਂ ਮਿਜ਼ਾਈਲਸ ਆ ਛੱਡੀਆਂ ਜਾ ਰਹੀਆਂ ਹੈਗੀਆਂ ਤੇ ਕਹਿੰਦੇ ਪਏ ਇਜ਼ਰਾਈਲ ਦੇ ਵਿੱਚ 24 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ, ਇਰਾਨ ਦੇ ਵਿੱਚ 224 ਲੋਕਾਂ ਦੀ ਜਿਹੜੀ ਮੌਤ ਹੋਈ ਆ। ਬਹੁਤ ਸਾਰੇ ਲੋਕ ਇਰਾਨ ਦੀ ਰਾਜਧਾਨੀ ਜਿਹੜੀ ਤਹਿਰਾਨ ਆ ਉਹਨੂੰ ਛੱਡ ਕੇ ਭੱਜ ਰਹੇ ਹੈਗੇ ਆ। ਟਰੰਪ ਹੁਣੀ ਪਹਿਲਾਂ ਕਿਹਾ ਸੀ ਵੀ ਅਸੀਂ ਕਿਸੇ ਤਰ੍ਹਾਂ ਇਨਵੋਲਵ ਨਹੀਂ, ਪਰ ਦੂਸਰੇ ਪਾਸੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵੀ ਤਿਆਰੀ ਪੂਰੀ ਚੱਲ ਰਹੀ ਆ ਵੀ ਇਜ਼ਰਾਈਲ ਦਾ ਸਾਥ ਦੇਣ ਦੇ ਲਈ। ਤੇ ਇਰਾਨੀਅਨ ਸਟੇਟ ਟੈਲੀਵਿਜ਼ਨ ਨੇ ਕਿਹਾ ਵੀ ਉਹਨਾਂ ਦਾ ਜਿਹੜਾ ਸਟੇਸ਼ਨ ਆ ਉਸ ਨੂੰ ਅਟੈਕ ਕੀਤਾ ਗਿਆ ਹੈ ਇਜ਼ਰਾਈਲ ਵੱਲੋਂ। ਤੇ ਇਰਾਨੀਅਨ ਲੋਕਾਂ ਨੂੰ ਇਜ਼ਰਾਈਲ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਤੁਸੀਂ ਰਾਈਜ਼ ਕਰੋ, ਜਿਹੜੀ ਤੁਹਾਡੀ ਕਰੰਟ ਸਰਕਾਰ ਆ ਉਹਦੇ ਅਗੇਂਸਟ, ਤੇ ਪਾਵਰ ਜਿਹੜੀ ਆਪਣੇ ਹੱਥਾਂ 'ਚ ਲਓ। ਇਰਾਨ ਨੇ ਉੱਥੇ ਜਿਹੜਾ ਇੰਟਰਨੈਟ ਆ ਉਹ ਬੰਦ ਕਰਤਾ ਸੀ, ਪਰ ਐਲੋਨ ਮਸਕ ਨੇ ਜਿਹੜਾ ਸਟਾਰਲਿੰਕ ਆ ਉਹ ਚਲਾ ਦਿੱਤਾ ਤਾਂ ਕਿ ਲੋਕ ਜਿਹੜਾ ਯੂਜ਼ ਕਰ ਸਕਣ। ਯੂਐਸ ਦੀ ਜਿਹੜੀ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਆ ਫॉर ਇਜ਼ਰਾਈਲ ਦੇ ਵਿੱਚ ਜਿੰਨੇ ਵੀ ਜਿਹੜੇ ਅਮਰੀਕਨ ਗਏ ਆ ਉਹਨਾਂ ਲਈ ਟਰੈਵਲ ਐਡਵਾਈਜ਼ਰੀ ਆ ਪਈ, ਕਿਉਂਕਿ ਜੰਗ ਲੱਗੀ ਹੋਈ ਆ ਤੇ ਨੁਕਸਾਨ ਹੋ ਸਕਦਾ ਹੈਗਾ ਆ। ਤੇ G7 ਸਟੇਟਮੈਂਟ ਦੇ ਵਿੱਚ ਟਰੰਪ ਹੁਣੀ ਐਗਰੀ ਨਹੀਂ ਕਰ ਰਹੇ ਹੈਗੇ। ਸੋ ਇਹਦੇ ਵਿੱਚ ਰਾਜਕਨਵੀਰ ਸਿੰਘ ਜੀ, ਇਹ ਜਿਹੜੀ ਅੱਜ G7 ਮੀਟਿੰਗ ਸਟਾਰਟ ਹੋਈ ਆ, ਬਹੁਤ ਸਾਰੇ ਲੀਡਰ ਇਕੱਠੇ ਹੋਏ ਆ, ਇੱਕ ਦੂਜੇ ਨਾਲ ਐਗਰੀ ਨਹੀਂ ਕਰਦੇ। ਯੂਰਪੀਅਨ ਅਮਰੀਕਾ ਦੇ ਨਾਲ ਔਖੇ ਹੈਗੇ ਆ, ਕੈਨੇਡਾ ਵਾਲੇ ਵੀ ਅਮਰੀਕਾ ਨਾਲ ਔਖੇ ਆ, ਤੇ ਉਧਰ ਮੋਦੀ ਹੁਣਾਂ ਨੂੰ ਸੱਦਿਆ ਗਿਆ ਆ, ਉਧਰ ਸਾਊਦੀ ਅਰੇਬੀਆ ਦੇ ਕਿੰਗ ਨੂੰ ਸੱਦਿਆ ਗਿਆ ਸੀ, ਪਰ ਉਹ ਤਾਂ ਨਹੀਂ ਆ ਰਿਹਾ ਹੈਗਾ। ਸੋ ਇਹ ਉਦਾਂ ਆ ਵੀ ਜਿੱਦਾਂ ਵਿਆਹ ਵਾਲੇ ਮਾਹੌਲ 'ਚ ਕਈ ਰਿਸ਼ਤੇਦਾਰ ਇਕੱਠੇ ਹੁੰਦੇ, ਨਾ ਵੀ ਐਗਰੀ ਕਰਦੇ ਹੋਣ ਤੇ ਮਜਬੂਰੀ ਬਸ ਇਕੱਠੇ ਹੋਏ ਹੋ ਆ। ਸੋ ਇਹਦੇ ਚੋਂ ਨਿਕਲਦਾ ਕੀ ਆ ਇਹ ਹਜੇ ਪਤਾ ਨਹੀਂ ਹੈ, ਪਰ ਪ੍ਰੈਜ਼ੀਡੈਂਟ ਟਰੰਪ ਤੇ ਵੀ ਕਾਫੀ ਜਿਹੜੇ ਔਖੇ ਆ, ਖਾਸ ਕਰਕੇ ਕੈਨੇਡੀਅਨ ਤੇ ਯੂਰਪੀਅਨ ਟੈਰਿਫਸ ਨੂੰ ਲੈ ਕੇ। ਤੇ ਟਰੰਪ ਉਹਨਾਂ ਨੇ ਫੇਰ ਇੱਕ ਵਾਰੀ ਸਟੇਟਮੈਂਟ ਦੇ ਦਿੱਤੀ ਆ ਵੀ ਜਿਹੜੇ 21 ਮਿਲੀਅਨ ਇਲੀਗਲ ਕਹਿੰਦੇ ਬਾਈਡਨ ਉਹਨਾਂ ਨੇ ਬਾੜੇ ਆ, ਤੇ ਉਹਨਾਂ 'ਚ ਕਹਿੰਦੇ ਵੀ ਸਾਰੇ ਮੁਲਕਾਂ ਦੇ ਜਿਹੜੇ ਗੈਂਗਸਟਰ ਕ੍ਰਿਮੀਨਲ ਬੰਦੇ ਇੱਥੇ ਬਾੜ ਦਿੱਤੇ ਅਮਰੀਕਾ ਦੇ ਵਿੱਚ। ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਆ ਵੀ ਜਿੱਥੇ ਪ੍ਰੋਟੈਸਟ ਹੋਏ ਆ ਪਿਛਲੇ ਵੀਕਐਂਡ ਦੇ ਦੌਰਾਨ 2000 ਜਗ੍ਹਾ ਤੋਂ ਜ਼ਿਆਦਾ 5 ਮਿਲੀਅਨ ਲੋਕਾਂ ਨੇ ਪ੍ਰੋਟੈਸਟ ਕੀਤੇ ਆ। ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਪਰੇਡ ਵੀ ਕੀਤੀ ਸੀ ਜਿਹੜੀ ਮਿਲਟਰੀ ਦੀ, ਉੱਥੇ ਥੋੜਾ ਕੰਮ ਫਿੱਕਾ ਰਿਹਾ ਆ। ਪਰ ਇਸ ਪ੍ਰੋਟੈਸਟ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡੈਮੋਕ੍ਰੈਟਿਕਲੀ ਹੈਲਡ ਸ਼ਹਿਰ ਹੈਗੇ ਆ, ਆਈਸ ਵਾਲਿਆਂ ਨੂੰ ਹਦਾਇਤਾਂ ਦਿੱਤੀਆਂ ਵੀ ਉੱਥੇ ਜਾ ਕੇ ਜਿਹੜੇ ਆ ਤੁਸੀਂ ਲੋਕਾਂ ਦੇ ਛਾਪੇ ਮਾਰੋ, ਖਾਸ ਕਰਕੇ ਲਾਸ ਐਂਜਲਸ, ਨਿਊਯਾਰਕ, ਸ਼ਿਕਾਗੋ, ਇਹ ਏਰੀਏ ਉਹਨਾਂ ਨੇ ਦੱਸੇ ਹੈਗੇ ਆ। ਜੀ ਬਿਲਕੁਲ। ਸੋ ਇਹ ਜਿਹੜੇ ਨੋ ਕਿੰਗਸ ਪ੍ਰੋਟੈਸਟ ਹੋਏ ਸੀ, ਕਾਫੀ ਵੱਡੀ ਮਾਤਰਾ ਦੇ ਵਿੱਚ ਇਹ ਪ੍ਰੋਟੈਸਟ ਹੋਏ 2000 ਤੋਂ ਵੱਧ ਥਾਵਾਂ ਦੇ ਉੱਤੇ। ਤੇ ਉਸੇ ਦਰਮਿਆਨ ਜਿਹੜੀ ਮਿਲਟਰੀ ਪਰੇਡ ਜਿਹੜੀ ਹੋ ਰਹੀ ਸੀ ਟਰੰਪ ਹੋਣਾ ਦੇ ਬਰਥਡੇ, ਫਲੈਗ ਡੇ ਦੇ ਉੱਤੇ, ਆਰਮੀ ਦੇ ਜਿਹੜੇ ਬਰਥਡੇ ਆ ਉਸ ਦੇ ਉੱਤੇ। ਇਹ ਹੁਣ ਟਰੰਪ ਹੋਣਾ ਨੇ ਜਿੱਦਾਂ ਆਈਸ ਨੂੰ, ਜਿਹੜਾ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਜਿਹੜਾ ਉਹ ਆਖ ਦਿੱਤਾ ਵੀ ਪ੍ਰਾਇਓਰਟਾਈਜ਼ ਕਰੋ ਵੀ ਡੈਪੂਟੇਸ਼ਨ ਡੈਮੋਕ੍ਰੇਟ ਰਨ ਸਿਟੀਜ਼ ਦੇ ਵਿੱਚ। ਅਰਸ਼ ਟਵਾਣਾ ਵਰਗੇ ਸਾਡੇ ਕੁਛ ਕੁ ਜਿਹੜੇ ਕਹਿ ਸਕਦੇ ਹਾਂ ਵੀ ਜਿਹੜੇ ਕਮੈਂਟਰ ਆ ਨਾ, ਉਹਨਾਂ ਨੂੰ ਮਾੜੀ ਜੀ ਅਸੀਂ ਮੱਤ ਦੇਣੀ ਚਾਹੁੰਦੇ ਆ, ਜਾਂ ਉਹਨਾਂ ਵਰਗੇ ਹੋਰ ਸੋਚ ਵਾਲਿਆਂ ਨੂੰ ਕਹਿੰਦੇ ਵੀ ਕੋਈ ਚੱਜ ਦੀ ਖਬਰ ਸੁਣਾਇਆ ਕਰੋ। ਹੁਣ ਖਬਰ ਤਾਂ ਖਬਰ ਆ ਭਾਈ, ਇਹਦੇ ਵਿੱਚ ਅਸੀਂ ਕੀ ਆਪਣੇ ਕੋਲੋਂ ਕਰਤਾ, ਜਾਂ ਅਸੀਂ ਉਹਨਾਂ ਨੂੰ ਕਹਿਤਾ ਟਰੰਪ ਨੂੰ ਵੀ ਭਾਈ ਡੈਪੂਟੇਸ਼ਨਸ ਉੱਥੇ ਕਰ ਦਿਓ, ਕਿਸੇ ਨੇ ਕਤਲ ਕਰਤਾ ਉਹ ਤੁਹਾਡੇ ਨਾਲ ਜਿਹੜੀ ਖਬਰ ਸ਼ੇਅਰ ਕਰ ਦਿੱਤੀ। ਨਿਊਜ਼ ਨੂੰ ਨਿਊਜ਼ ਲੈਣਾ ਜਿਹੜਾ ਉਹ ਸਿੱਖੋ,
ਆਪਣੀ ਜਿਹੜੀ ਅਕਲ ਨੂੰ ਥੋੜ੍ਹਾ ਜਿਹਾ, ਆਪਣੇ ਬ੍ਰੇਨ ਨੂੰ ਥੋੜ੍ਹਾ ਓਪਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਤੁਸੀਂ ਜਿਹੜਾ ਮੂੰਹ ਚੱਕ ਜੋ ਮਰਜ਼ੀ ਜਿਹੜਾ ਉਹ ਕਮੈਂਟ ਕਰਨ ਦੇ ਲਈ ਤੁਸੀਂ ਜਿਹੜਾ ਉਹ ਆ ਜਾਂਦੇ ਆ। ਸੋ ਮਾੜਾ ਜਿਹਾ ਦਿਮਾਗ ਨੂੰ ਆਪਣੇ ਨੂੰ ਖੋਲੋ, ਥੋੜ੍ਹੀ ਹਵਾ ਲੱਗੇ, ਕੁਛ ਪਤਾ ਲੱਗੇ ਵੀ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ। ਉਹਨਾਂ ਨਿਊਜ਼ ਨੂੰ ਨਿਊਜ਼ ਵਾਂਗੂ ਸਮਝਣ ਦੀ ਕਰੋ। ਹੁਣ ਨਾ ਮੇਰੇ ਕਹੇ ਟਰੰਪ ਨੇ ਇਹ ਜਿਹੜਾ ਆਦੇਸ਼ ਦਿੱਤਾ ਹੈ, ਨਾ ਜਿਹੜੇ ਹਰਜੋਤ ਭਾਜੀ ਦੇ ਕਹੇ ਜਿਹੜਾ ਕੀਤਾ ਆ। ਇਹ ਨਿਊਜ਼ ਆਈ ਆ ਵੀ ਟਰੰਪ ਨੇ ਡਾਇਰੈਕਟ ਕਰਤਾ ਇਮੀਗ੍ਰੇਸ਼ਨ ਅਥਾਰਟੀਜ਼ ਨੂੰ, ਵੀ ਕਹਿੰਦੇ ਵੀ ਡੈਪੋਟੇਸ਼ਨ ਪ੍ਰਾਇਓਰਟਾਈਜ਼ ਕਰ ਦੋ ਡੈਮੋਕ੍ਰੇਟ ਰਨ ਸਿਟੀਜ਼ ਦੇ ਵੱਲ ਨੂੰ। ਸੋ ਹੁਣ ਇੱਥੋਂ ਕੀ ਨਾਲੇ ਕੁਝ ਮਿੰਟ ਪਹਿਲਾਂ ਦੀ ਖਬਰ ਆ। ਜੀ ਜੀ ਬਿਲਕੁਲ, ਸਾਡਾ ਮੇਨ ਮਕਸਦ ਇਹ ਆ ਵੀ ਤਾਂ ਕਿ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਕਿੱਥੇ ਕੀ ਕੁਝ ਵਾਪਰ ਰਿਹਾ ਹੈਗਾ। ਨਿਊਜ਼ ਹੁੰਦੀ ਆ, ਪੋਜ਼ਿਟਿਵ ਆ, ਨੈਗੇਟਿਵ ਆ, ਉਹ ਹਰ ਇੱਕ ਦੇ ਲਈ ਰਿਲੇਟਿਵ ਹੁੰਦਾ ਆ। ਕਿਸੇ ਦੇ ਲਈ ਉਹ ਚੰਗੀ ਲੱਗੂਗੀ, ਕਿਸੇ ਨੂੰ ਉਹ ਜਿਹੜੀ ਉਹ ਮਾੜੀ ਲੱਗੂਗੀ, ਪਰ ਇਹ ਨਿਊਜ਼ ਆ। ਨਿਊਜ਼ ਨੂੰ ਨਿਊਜ਼ ਵਾਂਗੂ ਜਿਹੜਾ ਆ ਉਹ ਸਮਝਣਾ ਜਿਹੜਾ ਉਹ ਤੁਸੀਂ ਸਿੱਖੋ। ਤਾਂ ਹੀ ਕਹਿੰਦੇ ਵੀ ਬ੍ਰੇਨ ਦੇ ਥੋੜੇ ਦਰਵਾਜ਼ੇ ਆ, ਉਹਨਾਂ ਨੂੰ ਆਪਣੇ ਖੋਲਣ ਦੀ ਕਰੋ। ਸੋ ਟਰੁਥ ਸੋਸ਼ਲ ਦੇ ਉੱਤੇ ਪੋਸਟ ਕੀਤਾ ਰਾਸ਼ਟਰਪਤੀ ਟਰੰਪ ਨੇ USCIS ਦੇ ਅਧਿਕਾਰੀਆਂ ਨੂੰ ਕਿਹਾ, ਕਹਿੰਦੇ ਵੀ ਜਿੰਨੀ ਵੀ ਤੁਹਾਡੀ ਤਾਕਤ ਹੈਗੀ ਆ, do all in their power to achieve the very important goal of delivering the single largest mass deportation program in history। ਚਾਹੇ ਉਹ ਇਸ ਟਾਈਮ ਕੈਨੇਡੀਅਨ ਧਰਤੀ ਤੇ ਆ, ਪਰ ਨਜ਼ਰਾਂ ਜਿਹੜੀਆਂ ਉਹਨਾਂ ਦੀਆਂ, ਦਿਮਾਗ ਜਿਹੜਾ ਉਹਨਾਂ ਦਾ ਇਸ ਟਾਈਮ ਪ੍ਰਾਇੋਰਟੀ ਜਿਹੜੀ ਉਹਨਾਂ ਦੀ ਫਿਰ ਵੀ ਮਾਸ ਡੈਪੋਟੇਸ਼ਨ ਨੂੰ ਲੈ ਕੇ ਹੀ ਜਿਹੜੀ ਉਹ ਚੱਲ ਰਹੀ ਆ। ਤੇ ਇਹ ਜਿਹੜਾ ਦੱਸਦੇ ਜਾਈਏ ਵੀ ਇਹ ਹੁਣ ਟਰੰਪ ਹੁਣਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਆ, ਜਿਸ ਤਰੀਕੇ ਦੇ ਨਾਲ ਜਿੱਥੇ ਜਿੱਥੇ ਜਿਹੜੇ ਨੋ ਕਿੰਗਸ ਪ੍ਰੋਟੈਸਟ ਹੋਏ ਆ। ਮਿਲਟਰੀ ਪਰੇਡ ਕਈਆਂ ਦੇ ਹਿਸਾਬ ਦੇ ਨਾਲ ਚੰਗੀ ਸੀ, ਕਈਆਂ ਦੇ ਹਿਸਾਬ ਦੇ ਨਾਲ ਮਾੜੀ ਸੀ, ਪਰ ਸਪੈਕਟੇਟਰਸ ਜਿਹੜਾ ਕਹਿ ਲਓ ਵੀ ਜਿੰਨੀ ਇਹਨਾਂ ਨੂੰ ਆਸ ਸੀ, ਉਮੀਦ ਸੀ ਵੀ ਲੋਕ ਆ ਕੇ ਪਰੇਡ ਨੂੰ ਜਿਹੜਾ ਉਹ ਦੇਖਣਗੇ, ਉਹ ਗੱਲ ਬਣੀ ਨਹੀਂ। ਬਹੁਤ ਸਾਰੇ ਜਿਹੜੇ ਮੀਮਸ ਜਾਂ ਕਹਿ ਲਓ ਵੀ ਗੱਲਾਂ ਆ ਉਹ ਚੱਲੀਆਂ। ਜਿਹੜੇ ਮਾਰਕੋ ਰੂਬੀਓ ਆ ਉਹ ਵਾਸੀਆਂ ਮਾਰਦੇ ਹੋਏ ਵੀ ਨਜ਼ਰ ਆਏ। ਟਰੰਪ ਹੁਣਾਂ ਦੇ ਇਦਾਂ ਜਿਹੜਾ ਉਹ ਹੁਣ ਵੀਡੀਓਜ਼ ਜਿਹੜੀਆਂ ਇਸ ਤਰੀਕੇ ਦੇ ਨਾਲ ਜਿਹੜੀਆਂ ਉਹ ਆਈਆਂ ਆ, ਸ਼ੋਅ ਉਹਨਾਂ ਨੇ ਕੀਤੀਆਂ ਵੀ ਕਿਤੇ ਉਹ ਝੋਕੇ ਜਿਹੜੇ ਉਹ ਲੈ ਰਹੇ ਸੀ ਵੀ ਨੀਂਦ ਵੀ ਜਿੱਦਾਂ ਉਹਨਾਂ ਨੂੰ ਆ ਗਈ ਹੁੰਦੀ ਆ। ਸੋ ਟਰੰਪ ਉਹਨਾਂ ਦੇ ਇਸੇ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਵੀ must expand efforts to detain and deport illegal aliens in America's largest cities such as Los Angeles, Chicago, New York, and millions upon millions of illegal aliens reside। ਸੋ LA, ਸ਼ਿਕਾਗੋ, ਨਿਊਯਾਰਕ ਦੇ ਨੂੰ ਵਿਸ਼ੇਸ਼ ਤੌਰ ਦੇ ਉੱਤੇ ਨਾਂ ਲੈ ਕੇ ਉਹਨਾਂ ਨੇ ਕਿਹਾ ਵੀ ਇੱਥੇ ਡਿਟੇਨ ਤੇ ਡਿਪੋਰਟ ਕਰੋ ਇਲੀਗਲ ਏਲੀਅਨਸ ਨੂੰ, ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਇਲੀਗਲ ਏਲੀਅਨਸ ਜਿਹੜੇ ਉਹ ਰਹਿ ਰਹੇ ਆ। ਟਰੰਪ ਉਹਨਾਂ ਦੀ ਇਹ ਡੈਕਲੇਰੇਸ਼ਨ ਹੁਣ ਉਸ ਟਾਈਮ ਦੇ ਉੱਤੇ ਆਉਂਦੀ ਆ ਜਦ ਉਹਨਾਂ ਨੇ ਐਨਫੋਰਸਮੈਂਟ ਤੇਜ਼ ਕੀਤੀ ਆ। ਇਮੀਗ੍ਰੇਸ਼ਨ ਦੀਆਂ ਰੇਡਸ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਉਹ ਚੱਲ ਰਹੀਆਂ ਆ, ਤੇ 3000 ਅਰੈਸਟ ਪਰ ਡੇ ਦੇ ਵੱਲ ਨੂੰ ਜਿਹੜਾ ਟਾਰਗੇਟ ਆ ਉਹ ਉਹਨਾਂ ਦਾ ਲੈ ਕੇ ਜਾਣਾ ਜਿਹੜਾ ਉਹ ਚਾਹੁੰਦੇ ਆ। ਉਧਰ ਹਰਜੋਤ ਸਿੰਘ ਜੀ 650 ਇਸ ਟਾਈਮ ਆ, ਜਿਹੜਾ 3000 ਦੇ ਟਾਰਗੇਟ ਦੇ ਨਾਲੋਂ ਇਹ ਕਾਫੀ ਅਜੇ ਘੱਟ ਨੇ। 650 ਬੰਦੇ ਜਿਹੜੇ ਗ੍ਰਿਫਤਾਰ ਕਰ ਰਹੇ ਨੇ ਪਹਿਲੇ 5 ਮਹੀਨਿਆਂ ਦੇ। ਜਿਹੜੀ ਐਵਰੇਜ ਆંકੜੇ ਆ ਉਹ ਟਰੰਪ ਹੁਣਾਂ ਦੀ ਸੈਕਿੰਡ ਟਰਮ ਦੇ ਇਹ ਸਾਹਮਣੇ ਜਿਹੜੇ ਹੋ ਆਏ ਆ। ਇਹ ਉਸ ਟਾਈਮ ਦੇ ਉੱਤੇ ਨਾਲ ਇਹ ਵੀ ਹੋਇਆ ਆ ਹੁਣ ਗੁੱਡ ਨਿਊਜ਼ ਆ ਜੇ ਕਿਸੇ ਨੇ ਸੁਣਨੀ ਆ ਸਮਝਣੀ ਆ, ਵੀ ਟਰੰਪ ਹੁਣਾਂ ਨੇ ਆਈਸ ਨੂੰ ਇਹ ਵੀ ਕਹਿ ਦਿੱਤਾ ਵੀ ਫਾਰਮ, ਰੈਸਟੋਰੈਂਟ, ਹੋਟਲ ਜਿੱਥੇ ਖਾਸ ਕਰਕੇ ਟਰੰਪ ਹੁਣਾਂ ਦੇ ਕਾਫੀ ਜ਼ਿਆਦਾ ਸਪੋਰਟਰਸ ਆ, ਉਹਨਾਂ ਨੇ ਕਿਹਾ ਵੀ ਭਾਈ ਸਾਡੇ ਕੰਮਕਾਜ ਦੇ ਵਿੱਚ ਕਾਫੀ ਜ਼ਿਆਦਾ ਵਿਗੜ ਪੈ ਰਿਹਾ ਆ। ਉਹਨਾਂ ਨੇ ਆਈਸ ਨੂੰ ਡਾਇਰੈਕਟ ਕੀਤਾ ਵੀ ਭਾਈ ਇਹਨਾਂ ਇਲਾਕਿਆਂ ਦੇ ਵਿੱਚ, ਇਹਨਾਂ ਥਾਵਾਂ ਦੇ ਉੱਤੇ ਫਾਰਮ, ਰੈਸਟੋਰੈਂਟ, ਹੋਟਲਸ, ਇਹਨਾਂ ਦੇ ਉੱਤੇ ਜਿਹੜੀ ਛਾਪੇਮਾਰੀ ਆ ਉਹ ਤੁਸੀਂ ਹਾਲਟ ਕਰ ਦਿਓ, ਹਾਲ ਦੀ ਘੜੀ ਜਿਹੜਾ ਉਹ ਤੁਸੀਂ ਰੋਕ ਦਿਓ। ਸੋ ਐਗਰੀਕਲਚਰ, ਹਸਪਿਟੈਲਿਟੀ ਤੇ ਰੈਸਟੋਰੈਂਟ ਇੰਡਸਟਰੀ ਦੇ ਉੱਤੇ ਇਮੀਗ੍ਰੇਸ਼ਨ ਰੇਟਸ ਦਾ ਕਾਫੀ ਮਾੜਾ ਅਸਰ ਪੈ ਰਿਹਾ ਸੀ। ਸੋ ਬਿਲਕੁਲ ਦੂਸਰੇ ਪਾਸੇ ਲਾਸ ਐਂਜਲਸ ਏਰੀਏ ਦੀਆਂ ਜਿਹੜੀਆਂ ਕਾਰ ਵਾਸ਼ਸ ਆ ਉਹਨਾਂ ਦੇ ਉੱਤੇ ਆਈਸ ਵਾਲਿਆਂ ਨੇ ਬਹੁਤ ਛਾਪੇ ਮਾਰੇ ਆ ਤੇ ਕਾਫੀ ਲੋਕਾਂ ਨੂੰ ਅਰੈਸਟ ਕੀਤਾ ਹੈਗਾ ਵੀਕਐਂਡ ਦੇ ਦੌਰਾਨ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਕੈਨੇਡਾ ਦੇ ਵਿੱਚ ਜਾ ਕੇ ਕਿਹਾ ਵੀ ਜਿਸ ਤਰ੍ਹਾਂ ਮੈਂ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਰੁਕਵਾਈ ਸੀ ਟ੍ਰੇਡ ਨੂੰ ਲੈ ਕੇ, ਤੇ ਮੈਂ ਇਸੇ ਸੇਮ ਲਾਈਨ ਦੇ ਉੱਤੇ ਇਜ਼ਰਾਈਲ ਤੇ ਇਰਾਨ ਦੇ ਨਾਲ ਵੀ ਜਿਹੜੀ ਗੱਲਬਾਤ ਕਰ ਰਹੇ ਆ ਤਾਂ ਕਿ ਇਹ ਲੜਾਈ ਖਤਮ ਹੋ ਸਕੇ ਤੇ ਉੱਥੇ ਜਿਹੜਾ ਜ਼ਿਆਦਾ ਨੁਕਸਾਨ ਨਾ ਹੋਵੇ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਸਿਚੁਏਸ਼ਨ ਆ ਕਾਫੀ ਪੂਰੀ ਦੁਨੀਆ ਦੇ ਵਿੱਚ ਬੈਡ ਆ। ਰਸ਼ੀਆ ਤੇ ਯੂਕਰੇਨ ਦੀ ਲੜਾਈ ਚੱਲ ਰਹੀ ਆ, ਇਜ਼ਰਾਈਲ ਵਾਲਿਆਂ ਦੀ ਪਹਿਲਾਂ ਗਾਜ਼ਾ ਦੇ ਵਿੱਚ ਬਹੁਤ ਬੰਬਾਰਡਮੈਂਟ ਹੋਈ ਆ, ਆਲੇ ਦੁਆਲੇ ਦੇ ਲੈਬਨਾਨ ਹੋਰ ਮੁਲਕ ਪ੍ਰਭਾਵਿਤ ਹੋਏ ਆ, ਤੇ ਹੁਣ ਇਰਾਨ ਦੇ ਨਾਲ ਜਿਹੜੀ ਲੜਾਈ ਹੋਈ ਆ।
ਇਰਾਨ ਵਾਲਿਆਂ ਨੇ ਜਦੋਂ ਮਿਜ਼ਾਈਲਾਂ ਛੱਡੀਆਂ ਇਜ਼ਰਾਈਲ ਦੇ ਵਿੱਚ ਜਿਹੜੇ ਪਾਲਸਤੀਨੀਅਨ ਮੂਲ ਦੇ ਕੈਦੀ ਆ, ਕਹਿੰਦੇ ਵੀ ਉਹਨਾਂ ਨੇ ਉੱਥੇ ਭੰਗੜੇ ਪਾਏ, ਉੱਥੇ ਬਹੁਤ ਜਿੱਦਾਂ ਉਹਨਾਂ ਨੇ ਖੁਸ਼ੀ ਖੁਸ਼ੀ ਮਨਾਈ। ਮਨਾਈ ਤੇ ਹੂੰ। ਬਾਅਦ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਉਹਨਾਂ ਦੀ ਜਿਹੜੀ ਕੁੱਟਮਾਰ ਵੀ ਜਿਹੜੀ ਕੀਤੀ ਹੈਗੀ ਆ, ਇਹ CNN ਰਿਪੋਰਟ ਕਰ ਰਿਹਾ ਹੈਗਾ। ਕੁਛ ਵੀ ਆ, ਦੋਨੋਂ ਪਾਸੇ ਜਿਹੜੇ ਇਨੋਸੈਂਟ ਲੋਕ ਮਾਰੇ ਜਾਂਦੇ ਆ। ਜਦੋਂ ਇਜ਼ਰਾਈਲ ਵਾਲੇ ਤਾਂ ਇਹ ਕਹਿ ਰਹੇ ਵੀ ਅਸੀਂ ਉਹਨਾਂ ਦੇ ਨਿਊਕਲੀਅਰ ਜਿੱਥੇ ਫੈਸਿਲਿਟੀਜ਼ ਉਹਨਾਂ ਨੂੰ ਹਿੱਟ ਕਰ ਰਹੇ ਹਾਂ, ਹਾਲਾਂਕਿ ਉਹਨਾਂ ਦੇ 4 6 7 ਜਿਹੜੇ ਟੌਪ ਦੇ ਜਨਰਲ ਤੇ ਨਿਊਕਲੀਅਰ ਸਾਇੰਟਿਸਟ ਆ, 8 ਉਹ ਮਾਰ ਕਹਿੰਦੇ ਦਿੱਤੇ ਘੱਟੋ ਘੱਟ ਗਿਆ। ਮਾਰਤੇ ਉਹਨਾਂ ਨੇ। ਤੇ ਦੂਸਰੇ ਪਾਸੇ ਜੋ ਇਰਾਨ ਵਾਲਿਆਂ ਨੇ ਹੁਣ ਇਜ਼ਰਾਈਲ ਦੇ ਵਿੱਚ ਛੱਡੀਆਂ ਮਿਜ਼ਾਈਲਸ, ਹਾਲਾਂਕਿ ਉਹਨਾਂ ਦੇ ਕੋਲ ਡੋਮ ਹੈ, ਪਰ ਉਹ ਰੋਕਦੀ ਵੀ ਆ, ਜਿਹੜੀਆਂ ਨਹੀਂ ਰੁਕੀਆਂ ਫਿਰ ਵੀ ਉਹਨਾਂ ਦੇ 24 ਲੋਕ ਜਿਹੜੇ ਆ ਉਹ ਮਾਰੇ ਗਏ ਹੈਗੇ ਆ। ਸੋ ਸਿਚੁਏਸ਼ਨ, ਜਿੰਨੀਆਂ ਪਿਕਚਰਸ ਆ ਰਹੀਆਂ, ਵੀਡੀਓਜ਼ ਆ ਰਹੀਆਂ, ਕਾਫੀ ਜਿਹੜੀਆਂ ਉਹ ਖਤਰਨਾਕ ਲੱਗਦੀਆਂ ਦੇਖ ਕੇ, ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋਇਆ ਹੋਊਗਾ। ਬਿਲਕੁਲ ਹਰਜੋਤ ਸਿੰਘ ਜੀ, ਆਇਰਨ ਡੋਮ ਵੀ ਕਈ ਥਾਵਾਂ ਤੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਰੋਕਣ ਦੇ ਵਿੱਚ ਨਾਕਾਮਯਾਬ ਰਿਹਾ ਆ। ਟਰੰਪ ਹੋਣਾ ਨੇ ਕਿਹਾ ਵੀ ਟ੍ਰੇਡ ਦੇ ਸਹਾਰੇ ਜਿੱਦਾਂ ਇੰਡੀਆ ਪਾਕਿਸਤਾਨ ਦੀ ਲੜਾਈ ਰੋਕੀ ਸੀ, ਇਰਾਨ ਇਰਾਕ ਦੀ ਲੜਾਈ ਵੀ ਜਿਹੜੀ ਮੈਂ ਰੋਕ ਦਊਂਗਾ, ਪਰ ਚੌਥਾ ਦਿਨ ਹੋ ਗਿਆ ਇਸ ਟਾਈਮ ਇਹਨਾਂ ਦੀ ਲੜਾਈ ਜਿਹੜੀ ਆ ਉਹ ਚੱਲਦਿਆਂ ਨੂੰ, ਤੇ ਉੱਥੇ ਜਿਹੜੀ ਉਹ ਗੱਲ ਇੰਨੀ ਬਣ ਰਹੀ। ਬਹੁਤ ਸਾਰੇ ਜਿਹੜੇ ਮਸਾਦ ਦੇ ਏਜੰਟ ਆ ਇਰਾਨ ਵਾਲਿਆਂ ਨੇ ਅੰਦਰੋਂ ਜਿਹੜੇ ਆ ਉਹ ਰੋਕੇ ਕੱਢੇ ਨੇ, ਤੇ ਕਈਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ। ਕਹਿੰਦੇ ਵੀ ਕਈਆਂ ਦੇ ਕੋਲ ਐਕਸਪਲੋਸਿਵ ਮਟੀਰੀਅਲ ਵੀ ਜਿਹੜਾ ਉਹ ਫੜਿਆ ਹੈ। ਇਰਾਨ ਦਾ ਮੀਡੀਆ ਜਿਹੜਾ ਆ ਉਹ ਦੱਸ ਰਿਹਾ ਹੈਗਾ ਆ। ਇਸੇ ਤਰੀਕੇ ਦੇ ਨਾਲ ਇਜ਼ਰਾਈਲ ਵਾਲਿਆਂ ਨੇ ਵੀ ਜਿਹੜੀਆਂ ਤਸਵੀਰਾਂ ਜਾਰੀ ਕੀਤੀਆਂ ਵੀ ਜਿਹੜੀਆਂ ਮਿਜ਼ਾਈਲਾਂ ਇਰਾਨ ਦੀਆਂ ਇਜ਼ਰਾਈਲ ਦੇ ਵਿੱਚ ਡਿੱਗੀਆਂ, ਵੀ ਨਿਆਣੇ ਤੇ ਜਿਹੜੇ ਆਮ ਸਿਵਿਲੀਅਨ ਆ ਉਹ ਉਸ ਦੇ ਵਿੱਚ ਫੱਟੜ ਹੋਏ ਆ, ਤੇ ਉਹ ਕਹਿ ਰਹੇ ਸੀ ਵੀ ਦੇਖੋ ਜੀ ਇਰਾਨ ਨੇ ਤਾਂ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਹਮਲਾ ਕਰਨਾ ਸੀ। ਹੁਣ ਹਰਜੋਤ ਸਿੰਘ ਜੀ, ਜੇ ਦੇਖਿਆ ਜਾਵੇ ਉਹਨਾਂ ਦੇ ਜਰਨੈਲ ਮਾਰੋ, ਸਾਇੰਟਿਸਟ ਮਾਰੋਗੇ, ਤੇ ਉਹਨਾਂ ਨੇ ਜਵਾਬੀ ਕਾਰਵਾਈ ਵੀ ਕਰਨੀ ਆ। ਸੋ ਇੱਥੋਂ ਇਹ ਵੀ ਅੰਦਾਜ਼ਾ ਜਿਹੜਾ ਹਰਜੋਤ ਸਿੰਘ ਜੀ, ਮਿਲਟਰੀ ਜਿਹੜੇ ਲੋਕ ਹੋਣਗੇ ਨਾ, ਉਹ ਦੇਖ ਰਹੇ ਹੋਣਗੇ ਵੀ ਕਿਹੜੀਆਂ ਮਿਜ਼ਾਈਲਾਂ ਜਿਹੜੀਆਂ ਆਇਰਨ ਡੋਮ ਨੂੰ ਭੇਜ ਕੇ ਜਿਹੜੀਆਂ ਅੰਦਰ ਤੱਕ ਜਿਹੜੀਆਂ ਉਹ ਜਾ ਰਹੀਆਂ ਆ। ਟਰੰਪ ਉਹਨਾਂ ਨੇ ਤਾਂ ਇਹ ਵੀ ਕਿਹਾ ਸੀਗਾ ਵੀ ਮੇਰੀ ਤਾਂ ਗੱਲਬਾਤ ਹੋਈ ਆ ਪੁਤਿਨ ਦੇ ਨਾਲ, ਤੇ ਅਸੀਂ ਦੋਨੋਂ ਇਹ ਮੰਨਦੇ ਆ ਵੀ ਇਹ ਲੜਾਈ ਜਿਹੜੀ ਆ ਉਹ ਰੁਕਣੀ ਚਾਹੀਦੀ ਆ। ਸੋ ਟਰੰਪ ਹੁਣੀ ਅਜੇ ਹਾਲ ਦੀ ਘੜੀ ਪੂਰੀ ਤਰ੍ਹਾਂ ਡਿਸਾਈਡ ਨਹੀਂ ਕਰ ਪਾ ਰਹੇ ਵੀ ਉਹ ਕਿਹੜੇ ਵਾਲੇ ਪਾਸੇ ਨੂੰ ਜਿਹੜਾ ਉਹ ਜਾਣਾ ਚਾਹੁੰਦੇ ਆ। ਅਮਰੀਕਾ ਦੇ ਵਿੱਚ ਕੈਂਪੇਨ ਦੇ ਦੌਰਾਨ ਲੜਾਈਆਂ ਰੋਕਣ ਦੇ ਵੱਡੇ ਵੱਡੇ ਦਾਅਵੇ ਕਰਨ ਤੋਂ ਬਾਅਦ ਚ ਵੀ ਨਵੀਂ ਲੜਾਈ ਕੋਈ ਲੱਗੂਗੀ ਨਹੀਂ, ਮੇਰੇ ਹੁੰਦਿਆਂ ਹੋਇਆ ਕੁਛ ਇਦਾਂ ਦਾ ਨਹੀਂ ਹੋ ਸਕਦਾ, ਪਰ ਸਭ ਕੁਝ ਉਹਨਾਂ ਦੇ ਨੱਕ ਦੇ ਹੇਠਾਂ ਜਿਹੜਾ ਹੋ ਰਿਹਾ, ਚੱਲ ਰਹੀਆਂ ਲੜਾਈਆਂ ਰੁਕ ਨਹੀਂ ਰਹੀਆਂ, ਤੇ ਨਵੀਆਂ ਜਿਹੜੇ ਕੌਨਫਲਿਕਟ ਆ ਉਹ ਹਾਲ ਦੀ ਘੜੀ ਜਿਹੜੇ ਉਹ ਸ਼ੁਰੂ ਹੋ ਚੁੱਕੇ ਹੈਗੇ ਆ। ਇੱਕ ਮਸਾ ਇੰਡੀਆ ਪਾਕਿਸਤਾਨ ਵਾਲਾ ਜਿਹੜਾ ਉਹ ਉਸ ਨੂੰ ਥੰਮ ਜਿਹੜੀ ਉਹ ਪਈ ਆ, ਤੇ ਹੁਣ ਇਜ਼ਰਾਈਲ ਇਰਾਨ ਵਾਲਾ ਜਿਹੜਾ ਉਹ ਦੇਖਣਾ ਹੋਊਗਾ ਵੀ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ, ਕੀ ਲਾਲਚ ਦੇ ਨਾਲ ਜਾਂ ਡੰਡੇ ਦੇ ਨਾਲ, ਕਿ ਟ੍ਰੇਡ ਦੇ ਨਾਲ ਉਸ ਨੂੰ ਰੋਕ ਸਕਣਗੇ। ਇਹ ਹੁਣ ਵੱਡੀ ਜਿਹੜਾ ਕੋਈ ਕੁਐਸਚਨ ਆ, ਟਰੰਪ ਹੋਣਾ ਦੇ ਲਈ ਵੱਡੀ ਜਿਹੜੀ ਚੁਣੌਤੀ ਆ ਉਹ ਉਹਨਾਂ ਦੇ ਸਾਹਮਣੇ ਹੈਗੀ ਆ। ਜੀ, ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਇੱਕ ਭਾਰਤੀ ਮੂਲ ਦਾ ਬਹੁਤ ਵੱਡਾ ਪ੍ਰਾਪਰਟੀ ਓਨਰ, ਜਿਹਦੀਆਂ 22,000 ਅਪਾਰਟਮੈਂਟ ਸੀਗੀਆਂ, ਉਹਨੂੰ ਕੈਲੀਫੋਰਨੀਆ ਦੀ ਸਟੇਟ ਨੇ ਸੂ ਕੀਤਾ ਆ। ਉਹ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕਰਦੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਕੈਲੀਫੋਰਨੀਆ ਸਟੇਟ ਦੇ ਅਟਾਰਨੀ ਜਨਰਲ ਰੌਬ ਬੌਂਟਾ ਉਹਨਾਂ ਨੇ ਇੱਕ ਲੈਂਡਲੌਰਡ ਮਾਈਕ ਨਿੱਜਰ ਤੇ ਉਹਦੀ ਜਿਹੜੀ ਪੰਮਾ ਮੈਨੇਜਮੈਂਟ ਕੰਪਨੀ ਆ ਉਹਨੂੰ ਸੂ ਕੀਤਾ ਆ ਵੀ ਕੈਲੀਫੋਰਨੀਆ ਹਾਊਸਿੰਗ ਲਾਜ਼ ਨੂੰ ਵਾਇਲੇਟ ਕੀਤਾ ਆ ਤੇ ਟੈਨੈਂਟਸ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਐਕਸਪਲੋਇਟ ਕੀਤਾ ਹੈਗਾ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਲੈਂਡਲੌਰਡ ਆ ਜਿਹਦੀਆਂ 22,000 ਦੇ ਕਰੀਬ ਅਪਾਰਟਮੈਂਟ ਯੂਨਿਟਸ ਆ ਕੈਲੀਫੋਰਨੀਆ ਦੇ ਵਿੱਚ, ਮੋਸਟਲੀ ਉਹਨਾਂ ਦੇ ਵਿੱਚ ਸੈਕਸ਼ਨ 8 ਵਾਲੇ ਜੋ ਲੋਕ ਰਹਿੰਦੇ ਸੀ, ਸੋ ਉਹ ਅਪਾਰਟਮੈਂਟਸ ਦੇ ਵਿੱਚ ਬਹੁਤ ਸਾਰੇ ਲਾਸੂਟ ਫਾਈਲ ਹੋਏ ਤੇ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਲਈ ਜਿਹੜੀਆਂ ਅਪਾਰਟਮੈਂਟਸ ਕਲੀਨ ਨਹੀਂ ਕੀਤੀਆਂ ਜਾਂਦੀਆਂ ਸੀ, ਕਾਕਰੋਚਸ ਸੀਗੇ, ਰੋਡਨ ਇਨਫੈਸਟੇਸ਼ਨ, ਚੂਹੇ ਸੀਗੇ, ਲੀਕਿੰਗ ਰੂਫਸ, ਓਵਰਫਲੋਇੰਗ ਸੀਵੇਜ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮ ਸੀਗੀਆਂ। ਸੈਕਸ਼ਨ 8 ਹਾਊਸਿੰਗ ਬੁਚਰਸ ਨੂੰ ਓਵਰਚਾਰਜ ਕੀਤਾ ਗਿਆ ਟੈਨੈਂਟਸ ਦੇ ਰੈਂਟ ਦੇ ਲਈ। ਇਹ ਕੰਪਲੇਨ ਲਾਸ ਐਂਜਲਸ ਕਾਉਂਟੀ ਦੇ ਵਿੱਚ ਫਾਈਲ ਕੀਤੀ ਗਈ ਸੀ। ਅਟਾਰਨੀ ਜਨਰਲ ਰੌਬ ਬੌਂਟਾ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਪੈਨਲਟੀਜ਼ ਤੇ ਫੁੱਲ ਰੈਸਟੀਟਿਊਸ਼ਨ ਫॉर ਫਾਈਨੈਂਸ਼ੀਅਲ ਹਾਰਮ ਟੂ ਟੈਨੈਂਟਸ, ਇਹ ਸਾਰਾ ਜਿਹੜਾ ਇਹਦੇ ਵੱਲ ਦੇਖਾਂਗੇ ਤੇ ਇੰਜੈਕਟਿਵ ਰਿਲੀਫ ਵੀ ਕੀਤੀ ਹੈਗੀ ਆ ਮਿਸਟਰ ਨਿੱਜਰ ਤੇ ਪੰਮਾ ਜੋ ਉਹਨਾਂ ਦੀ ਮੈਨੇਜਮੈਂਟ ਕੰਪਨੀ ਹੈਗੀ ਆ। ਮਾਈਕ ਨਿੱਜਰ ਤੇ ਉਹਨਾਂ ਦੇ ਜਿਹੜੇ ਹੋਰ ਫੈਮਿਲੀ ਮੈਂਬਰਸ ਹੈਗੇ ਆ ਉਹ ਰਲ ਕੇ ਵੱਖ-ਵੱਖ ਕਾਰਪੋਰੇਸ਼ਨਾਂ ਦੇ ਅੰਡਰ ਇਹ ਜਿਹੜਾ ਬਿਜ਼ਨਸ ਆ ਲਾਸ ਐਂਜਲਸ ਤੋਂ ਲੈ ਕੇ ਸਨ ਮੈਕੀਨ ਕਾਉਂਟੀ, ਸੈਕਰਾਮੈਂਟੋ, ਇਹਨਾਂ ਸਾਰੇ ਏਰੀਆਜ਼ ਦੇ ਵਿੱਚ ਅਪਾਰਟਮੈਂਟਸ ਤੇ ਸਿੰਗਲ ਫੈਮਿਲੀ ਹੋਮਸ ਓਨ ਕਰਦੇ ਹੈਗੇ ਆ। ਸੈਕਰਾਮੈਂਟੋ ਤੇ ਸਨ ਮੈਕੀਨ ਕਾਉਂਟੀਜ਼ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਲੇਨਸ ਆਈਆਂ ਸੀਆਂ। 2016 ਦੇ ਵਿੱਚ ਇੱਕ ਇਨਫੈਂਟ ਜਿਹੜਾ ਇੱਕ ਬੱਚਾ ਸੀ ਉਹਦੀ ਜਿਹੜੀ ਮੌਤ ਵੀ ਹੋਈ ਸੀ ਤੇ ਮੋਬਲ ਹੋਮ ਕਰਨ ਕਾਉਂਟੀ ਦੇ ਵਿੱਚ ਉਹਦਾ ਕਾਰਨ ਵੀ ਜਿਹੜਾ ਆ ਇਹ ਦੱਸਿਆ ਗਿਆ ਸੀ ਭਈ ਉਹ ਜੋ ਮੋਬਲ ਹੋਮ ਸੀਗਾ ਉਹਨਾਂ ਨੂੰ ਅਪ ਟੂ ਡੇਟ ਨਹੀਂ ਰੱਖਿਆ ਗਿਆ ਸੀਗਾ, ਇਸੇ ਕਰਕੇ ਜਿਹੜੀ ਉੱਥੇ ਅੱਗ ਲੱਗੀ ਸੀਗੀ। ਸੋ ਵਾਇਲੇਸ਼ਨਸ ਉਹਨਾਂ ਦੇ ਕਾਫੀ ਜ਼ਿਆਦਾ ਜਿਹੜੀਆਂ ਹੈਬਿਟੇਸ਼ਨਲ ਸਟੈਂਡਰਡਸ ਦੇ ਮੁਤਾਬਕ ਦੱਸੀਆਂ ਗਈਆਂ। ਅਟਾਰਨੀ ਜਨਰਲ ਨੇ ਜੋ ਲਾ ਸੂਟ ਫਾਈਲ ਕੀਤਾ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਵਾਟਰ ਇੰਟਰੂਜਨ ਫਰੋਮ ਲੀਕਿੰਗ ਰੂਫਸ ਤੇ ਆਊਟਡੇਟਡ ਪਲੰਬਿੰਗ ਬੜੀ ਪੁਰਾਣੀ ਸੀ ਤੇ ਜਿਹੜੀਆਂ ਛੱਤਾਂ ਸੀਗੀਆਂ ਉਹ ਲੀਕ ਕਰਦੀਆਂ ਸੀਗੀਆਂ। ਕਈ ਜਗ੍ਹਾ ਦੇ ਉੱਤੇ ਸਟਰਕਚਰਲ ਡੈਮੇਜ ਸੀਗੇ ਪ੍ਰਾਪਰਟੀਆਂ ਨੂੰ, ਜਿਹਦੇ ਕਰਕੇ ਵਾਟਰ ਪਾਣੀ ਜਿਹੜਾ ਅੰਦਰ ਜਾਂਦਾ ਸੀ, ਮੇਨਟੇਨੈਂਸ ਕਿਸੇ ਤਰ੍ਹਾਂ ਦੀ ਨਹੀਂ ਸੀ। ਪਲੰਬਿੰਗ ਮਾਲ ਫੰਕਸ਼ਨ ਸੀ, ਜਿਹਦੇ ਵਿੱਚ ਸੀਵੇਜ ਵੀ ਕਈ ਵਾਰੀ ਨਿਕਲ ਆਉਂਦਾ ਸੀ। ਕਾਕਰੋਚਸ, ਚੂਹੇ, ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਅਪਾਰਟਮੈਂਟਸ ਦੇ ਵਿੱਚ ਆਮ ਜਿਹੜੀਆਂ ਪਾਈਆਂ ਗਈਆਂ। ਤੇ ਜਿਹੜੀਆਂ ਲੀਜ਼ ਟਰਮ ਸੀਗੀਆਂ ਉਹ ਵੀ ਬੜੀਆਂ ਡਿਸੈਪਟਿਵ ਸੀਗੀਆਂ। ਇਸ ਹਿਸਾਬ ਨਾਲ ਸੀ ਵੀ ਜਿਹੜਾ ਟੈਨੈਂਟ ਆ ਉਹ ਕਿਸੇ ਤਰ੍ਹਾਂ ਸੂ ਨਾ ਕਰ ਸਕੇ। ਤੇ ਸਭ ਤੋਂ ਜ਼ਿਆਦਾ ਜਿਹੜੀਆਂ ਅਵਿਕਸ਼ਨਸ ਆ 2-3 ਕਾਉਂਟੀਜ਼ ਦੇ ਵਿੱਚ ਉਹ ਇਸੇ ਕੰਪਨੀ ਦੀਆਂ ਸੀਗੀਆਂ, ਜਿਹ ਤੋਂ ਬਾਅਦ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਸ਼ੁਰੂ ਹੋਈ ਹੈਗੀ ਆ। ਅਨਲਾਫੁਲ ਰੈਂਟ ਇਨਕਰੀਜ਼ ਜਿਹੜਾ ਸੀਗਾ ਵੀ ਬਿਨਾਂ ਜਿਹੜੇ ਲੀਗਲ ਨਹੀਂ ਸੀ ਤਰੀਕਾ, ਉਹ ਤੋਂ ਬਿਨਾਂ ਜਿਹੜਾ ਰੈਂਟ ਆ ਉਹ ਵਧਾ ਦਿੱਤਾ ਜਾਂਦਾ ਸੀ। ਜੀ, ਸੋ ਬਹੁਤ ਤਰ੍ਹਾਂ ਦੇ ਜਿਹੜੇ ਦੋਸ਼ ਆ ਮਾਈਕ ਨਿੱਜਰ ਤੇ ਉਹਨਾਂ ਦੀ ਕੰਪਨੀ, ਉਹਨਾਂ ਦੇ ਪਰਿਵਾਰ ਵਾਲਿਆਂ ਦੇ ਉੱਤੇ ਜਿਹੜੇ ਰਨ ਕਰ ਰਹੇ ਸੀ ਇਹਨੂੰ, ਇੱਕ ਕਹਿ ਲਓ ਵੀ ਇਹ ਟਾਈਕੂਨ, ਰੀਅਲ estate ਟਾਈਕੂਨ ਦੇ ਨਾਮ ਦੇ ਨਾਲ ਜਿਹੜਾ ਉੱਥੇ ਉਹ ਜਾਣਿਆ ਜਾਂਦਾ ਆ, ਵੀ ਇਹ ਜਿਹੜੇ ਦੋਸ਼ ਆ ਇਹਨਾਂ ਉੱਤੇ ਲਗਾਏ ਗਏ ਆ। ਸੋ ਜਿਹੜੇ ਅਟਾਰਨੀ ਜਨਰਲ ਨੇ ਰੌਬ ਬੌਂਟਾ, ਸੋ ਸਟੇਟ ਜਿਹੜੀ ਇਸ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਹੋਈ ਆ। ਮਾਈਕ ਨਿੱਜਰ, ਪੂਰਾ ਨਾਂ ਇਹਨਾਂ ਦਾ ਸਵਰਨਜੀਤ ਮਾਈਕ ਨਿੱਜਰ, ਤੇ ਉਹਨਾਂ ਦੀ ਜਿਹੜੀ ਭੈਣ ਦਲਜੀਤ ਡੀਜੇ ਕਲੇਰ ਤੇ ਹੋਰ ਪਰਿਵਾਰ ਦੇ ਜਿਹੜੇ ਮੈਂਬਰਸ ਆ ਉਹਨਾਂ ਦਾ ਇਸ ਲਾਸੂਟ ਦੇ ਵਿੱਚ ਨਾਮ ਆਇਆ ਆ। ਲਾਸੂਟ ਕਹਿੰਦੇ ਵੀ 3 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਜਿਹੜਾ ਦਰਜ ਆ ਉਹ ਕੀਤਾ ਗਿਆ। ਤੇ ਹਰਜੋਤ ਸਿੰਘ ਜੀ ਨੇ ਦੱਸਿਆ ਹੀ ਆ ਵੀ ਕਿਸ ਤਰੀਕੇ ਦੇ ਜਿਹੜੇ ਦੋਸ਼ ਆ ਉਹ ਉਹਨਾਂ ਉੱਤੇ ਕਥਿਤ ਦੋਸ਼ ਆ ਉਹ ਲਗਾਏ ਗਏ ਆ। ਇਹ ਸਾਰੀਆਂ ਚੀਜ਼ਾਂ ਅਜੇ ਜਿਹੜੀਆਂ ਉਹ ਹੋਈਆਂ ਨਹੀਂ ਆ, ਪ੍ਰੂਵ ਨਹੀਂ ਜਿਹੜੀਆਂ ਹੋਈਆਂ, ਪਰ ਲੰਮਾ ਚੌੜਾ ਜਿਹੜਾ ਆ ਉਹ ਇਹਨਾਂ ਦੇ ਉੱਤੇ ਨਾਮ ਆ। ਪਹਿਲੇ 4-5 ਪੇਜ ਤਾਂ ਜਿਹੜੇ ਹਰਜੋਤ ਸਿੰਘ ਜੀ ਉਹਨਾਂ ਕੰਪਨੀਆਂ ਦੇ ਨਾਮਾਂ ਦੇ ਨਾਲ ਹੀ ਆ। ਜਿਹੜਾ ਅਦਾਲਤ ਦੇ ਵਿੱਚ
ਦਰਜ ਕੀਤਾ ਗਿਆ ਵੀ ਪੀਪਲ ਆਫ ਦਾ ਸਟੇਟ ਆਫ ਕੈਲੀਫੋਰਨੀਆ ਵਰਸਸ ਉਹਦੇ ਵਿੱਚ ਇਹਨਾਂ ਦੇ ਨਾਮ ਤੇ ਇਹਨਾਂ ਦੀਆਂ ਵੱਖ-ਵੱਖ ਮਲਟੀਪਲ ਕੰਪਨੀਆਂ ਦੇ ਨਾਮ ਆ। ਜੇ 22,000 ਹੋਲਡਿੰਗਸ ਆ ਤਾਂ ਓਬਵੀਅਸਲੀ ਫਿਰ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਵੀ ਉਹਨਾਂ ਦੀਆਂ ਡੈਫੀਨਿਟਲੀ ਇਸ ਦੇ ਵਿੱਚ ਨਾਮ ਜਿਹੜੀਆਂ ਹੋਣਗੀਆਂ। ਸੋ ਇਹ ਕਹਿੰਦੇ ਆ ਵੀ 3 ਸਾਲਾਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਅਸੀਂ ਇਹ ਜਿਹੜਾ ਲਾਸੂਟ ਆ ਉਹ ਇਹਨਾਂ ਦੇ ਉਲਟ ਲੈ ਕੇ ਜਿਹੜਾ ਉਹ ਆ ਰਹੇ ਆ। ਉੱਦਾਂ ਜਿਹੜਾ ਹਰਜੋਤ ਸਿੰਘ ਜੀ ਹੁਣ ਸੈਕਸ਼ਨ 8 ਦੀ ਜੇ ਗੱਲ ਨਾਲ ਕਰਦੇ ਜਾਈਏ ਤਾਂ ਸੈਕਸ਼ਨ 8 ਦੇ ਮੈਨੂੰ ਲੱਗਦਾ ਕਾਫੀ ਹੱਦ ਤੱਕ ਜੇ ਜਿਹੜਾ ਬਿੱਲ ਜਿਹੜਾ ਨਵਾਂ ਆ ਰਿਹਾ ਆ ਟਰੰਪ ਹੋਣਾ ਵਾਲਾ ਤੇ ਜੇ ਉਹ ਪਾਸ ਹੁੰਦਾ ਹੈ ਤਾਂ ਸੈਕਸ਼ਨ 8 ਦੇ ਕਾਫੀ ਜਿਹੜੀ ਫੰਡਿੰਗ ਆ ਉਸ ਦੇ ਵਿੱਚ ਕੱਟ ਜਿਹੜੀ ਉਹ ਕਰ ਦਿੱਤੀ ਜਾਣੀ ਹੈ। ਜਿਹੜੀ ਫੈਡਰਲ ਫੰਡਡ ਰੈਂਟਲ ਅਸਿਸਟੈਂਸ ਪ੍ਰੋਗਰਾਮ ਆ ਉਹ ਉਸ ਨੂੰ ਬੰਦ ਕੀਤਾ ਜਿਹੜਾ ਉਹ ਜਾ ਸਕਦਾ ਜਾਂ ਕਾਫੀ ਹੱਦ ਤੱਕ ਉਸ ਨੂੰ ਘਟਾਇਆ ਜਿਹੜਾ ਉਹ ਜਾ ਸਕਦਾ। ਸੋ ਬਹੁਤ ਸਾਰੇ ਲੋਕਾਂ ਦੇ ਉੱਤੇ ਉਹ ਜਿਹੜੇ ਬਿੱਲ ਦਾ ਇਸ ਐਂਗਲ ਤੋਂ ਇੱਕ ਡਿਫਰੈਂਟ ਐਂਗਲ ਤੋਂ ਆਪਾਂ ਇਸ ਨਿਊਜ਼ ਦੇ ਨਾਲ ਇਸ ਲਈ ਕਰ ਰਹੇ ਹਾਂ ਵੀ ਕਿਉਂਕਿ ਸੈਕਸ਼ਨ 8 ਇਸ ਦੇ ਵਿੱਚ ਇਨਵੋਲਵ ਸੀਗਾ ਵੀ ਉਸ ਐਂਗਲ ਤੋਂ ਉਹਨਾਂ ਨੂੰ ਜਿਹੜਾ ਉਹ ਫਰਕ ਪੈ ਸਕਦਾ ਹੈਗਾ ਆ। ਅਗਲੀ ਖਬਰ ਜਿਸ ਤਰ੍ਹਾਂ ਆਪਾਂ ਰਾਜਕਨਵੀਰ ਸਿੰਘ ਜੀ ਪਹਿਲਾਂ ਖਬਰ ਕੀਤੀ ਸੀ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੁਝ ਸਮਾਂ ਪਹਿਲਾਂ ਟਵੀਟ ਕੀਤਾ ਹੈ ਵੀ ਜਿਹੜੀਆਂ ਡੈਮੋਕ੍ਰੈਟਿਕਲੀ ਹੈਲਡ ਸਿਟੀਜ਼ ਆ ਉੱਥੇ ਆਈਸ ਵਾਲਿਆਂ ਨੂੰ ਜ਼ਿਆਦਾ ਰੇਡ ਮਾਰਨੀ ਚਾਹੀਦੀ ਆ। ਪਿਛਲੇ ਵੀਕਐਂਡ ਦੇ ਦੌਰਾਨ ਲਗਭਗ ਪਿਛਲੇ ਪੂਰਾ ਵੀਕੇ ਲਾਸ ਐਂਜਲਸ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋਏ ਜਿੱਥੇ 2000 ਤੋਂ ਵੱਧ ਜੋ ਨੈਸ਼ਨਲ ਗਾਰਡਸ ਤੇ 300 ਦੇ ਕਰੀਬ ਜੋ ਮਰੀਨਸ ਆ ਉਹਨਾਂ ਨੂੰ ਬੁਲਾਇਆ ਗਿਆ ਸੀ। ਹੁਣ ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਿਹਾ ਵੀ ਜਿਹੜੇ ਪ੍ਰੋਟੈਸਟ ਆ LA ਦੇ ਵਿੱਚ ਉਹ ਘਟਣੇ ਸ਼ੁਰੂ ਹੋ ਗਏ ਹੈਗੇ ਆ ਕਿਉਂਕਿ ਜਿਸ ਹਿਸਾਬ ਦੇ ਨਾਲ ਟਰੰਪ ਉਹਨਾਂ ਨੇ ਸਟੇਟਮੈਂਟ ਵੀ ਦਿੱਤੀ ਹੈਗੀ ਆ ਲੋਕਾਂ ਨੂੰ ਅਰੈਸਟ ਕਰੋ ਤੇ ਉਹ ਲੋਕ ਫਿਰ ਡਰਦੇ ਵੀ ਆ ਜਿਹੜੇ ਅਨਡਾਕੂਮੈਂਟਡ ਹੈਗੇ ਆ। ਪਲੱਸ ਮੈਂ ਪਹਿਲਾਂ ਜਿਹੜੀ ਕੁਝ ਮਿੰਟ ਪਹਿਲਾਂ ਖਬਰ ਸਾਂਝੀ ਕੀਤੀ ਸੀ ਵੀ ਲਾਸ ਐਂਜਲਸ ਦੀਆਂ ਕਈ ਸਾਰੀਆਂ ਜਿਹੜੀਆਂ ਕਾਰ ਵਾਸ਼ਰਸ ਹੈਗੀਆਂ ਉੱਥੋਂ ਆਈਸ ਵਾਲਿਆਂ ਨੇ ਲੋਕਾਂ ਨੂੰ ਚੱਕਿਆ ਹੈਗਾ। ਸੋ ਲਾਸ ਐਂਜਲਸ ਉਹਨਾਂ ਸ਼ਹਿਰਾਂ ਦੇ ਵਿੱਚ ਆਉਂਦਾ ਜੋ ਟਰੰਪ ਉਹਨਾਂ ਨੇ ਨਾਂ ਲਏ ਆ ਵੀ ਇਹਨਾਂ ਸ਼ਹਿਰਾਂ ਦੇ ਵਿੱਚ ਆਈਸ ਵਾਲਿਆਂ ਨੂੰ ਵੱਧ ਤੋਂ ਵੱਧ ਜਿਹੜੇ ਛਾਪੇ ਆ ਉਹ ਮਾਰੇ ਜਾਣ। 9th ਸਰਕਟ ਕੋਰਟ ਦੇ ਉੱਤੇ ਹੁਣ ਸਾਰੀਆਂ ਅੱਖਾਂ ਆ ਲੋਕਾਂ ਦੀਆਂ ਵੀ ਜੋ ਨੈਸ਼ਨਲ ਗਾਰਡ ਟਰੂਪਸ ਲਾਏ ਗਏ ਹੈਗੇ LA ਦੇ ਵਿੱਚ ਉਹਨਾਂ ਦਾ ਜਿਹੜਾ ਡਿਸੀਜਨ ਆ ਕੀ ਆਉਂਦਾ ਹੈਗਾ ਆ। LA ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਉਹ ਹੋਏ ਹੈਗੇ ਆ। ਕਈ ਜਗ੍ਹਾ ਦੇ ਉੱਤੇ ਥੋੜੇ ਵਾਇਲੈਂਟ ਵੀ ਹੋ ਗਏ ਸੀ ਪਰ ਮੋਸਟਲੀ ਪੂਰੀ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਸੀ ਵੀ 2000 ਤੋਂ ਵੱਧ ਨੋ ਕਿੰਗਸ ਡੇ ਕਰਕੇ ਜੋ ਪ੍ਰੋਟੈਸਟ ਹੋਏ ਆ 5 ਮਿਲੀਅਨ ਲੋਕਾਂ ਨੇ ਹਿੱਸਾ ਲਿਆ। ਕਿਤੇ ਵਾਇਲੈਂਸ ਬਹੁਤ ਘਟ ਰਹੀ ਹੈ। ਇੱਕ ਥਾਂ ਤੇ ਹਰਜੋਤ ਸਿੰਘ ਜੀ ਖਬਰ ਦੀ ਮੌਤ ਹੋਈ ਹੈ ਯਾਰ ਯੂਟਾ ਤੋਂ ਖਬਰ ਆ ਰਹੀ ਹੈ ਸਾਲਟ ਲੇਕ ਸਿਟੀ ਦੇ ਵਿੱਚ ਨੋ ਕਿੰਗਸ ਪ੍ਰੋਟੈਸਟ ਦੇ ਵਿੱਚ ਉੱਥੇ ਪ੍ਰੋਟੈਸਟਰ ਨੂੰ ਕਹਿੰਦੇ ਵੀ ਸ਼ਾਟ ਤੇ ਕਿਲ ਜਿਹੜਾ ਉਹ ਕੀਤਾ ਗਿਆ। ਬਹੁਤ ਸਾਰੇ ਥਾਵਾਂ ਦੇ ਉੱਤੇ ਟਰੰਪ ਹੋਣਾ ਦੇ ਸਮਰਥਕ ਵੀ ਇਹਨਾਂ ਪ੍ਰੋਟੈਸਟਰਸ ਨੂੰ ਦੇ ਕਹਿ ਲਓ ਵੀ ਆਮੋ ਸਾਹਮਣੇ ਪ੍ਰੋਟੈਸਟ ਕਰਨ ਲਈ ਵੀ ਪਹੁੰਚੇ ਹੋਏ ਸੀ। ਉਕਸਾਉਂਦੇ ਵੀ ਸੀ ਇੱਕ ਦੂਜੇ ਨੂੰ ਪਰ ਬਹੁਤਾਤ ਦੇ ਵਿੱਚ ਜਿਹੜਾ ਸ਼ਾਂਤੀਪੂਰਵਕ ਜਿਹੜੇ ਪ੍ਰੋਟੈਸਟ ਆ ਉਹ ਨਿਬੜੇ ਆ। ਸਾਲਟ ਲੇਕ ਸਿਟੀ ਦੇ ਵਿੱਚ ਇਹ ਕਹਿੰਦੇ ਵੀ ਪਤਾ ਲੱਗਾ ਆ ਵੀ ਜਿਸ ਇੱਕ ਜਿਹੜਾ ਬੰਦਾ ਆ ਉਹ ਰਾਈਫਲ ਲੈ ਕੇ ਡੈਮੋਸਟ੍ਰੇਟਰਸ ਦੇ ਉੱਤੇ ਜਿਹੜਾ ਉਹਨੇ ਜਿਹੜੀਆਂ ਉਹ ਗੋਲੀਆਂ ਜਿਹੜੀਆਂ ਉਹ ਲੈ ਕੇ ਆ ਗਿਆ ਸੀਗਾ ਤੇ ਕਹਿੰਦੇ ਵੀ ਰਾਈਫਲਮੈਨ ਤੇ ਬਾਈਸਟੈਂਡਰ ਦੇ ਗੋਲੀ ਜਿਹੜੀ ਉਹ ਲੱਗੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਬਾਈਸਟੈਂਡਰ ਆ ਉਸ ਦੀ ਮੌਤ ਹੋ ਗਈ ਆ। ਪੁਲਿਸ ਨੇ ਜਿਹੜਾ ਰਾਈਫਲਮੈਨ ਅਟਰੂਵੋ ਗੈਂਬੀਓ 24 ਸਾਲਾਂ ਦਾ ਉਸ ਨੂੰ ਸ਼ਨੀਚਰਵਾਰ ਨੂੰ ਮਰਡਰ ਚਾਰਜ ਦੇ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਸੀ। ਆਰਥਰ ਫੁਲਾਸਾ ਆਲੂ 39 ਸਾਲਾਂ ਦਾ ਸੀ। ਇਹ ਸਮੋਆ ਤੋਂ ਸੀਗੇ ਤੇ ਫੈਸ਼ਨ ਡਿਜ਼ਾਈਨਰ ਸੀ। ਉਸ ਦੀ ਕਹਿੰਦੇ ਆ ਵੀ ਇਸ ਦੇ ਵਿੱਚ ਜਿਹੜੀ ਉਹ ਮੌਤ ਹੋਈ ਹੈਗੀ ਆ। ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਨੋ ਕਿੰਗਸ ਪ੍ਰੋਟੈਸਟ ਕਾਫੀ ਜ਼ਿਆਦਾ ਥਾਵਾਂ ਦੇ ਉੱਤੇ ਹੋਏ ਆ ਤੇ ਜਿੱਦਾਂ ਦੱਸਿਆ ਵੀ ਆਰਗੇਨਾਈਜ਼ਰਸ ਨੇ ਬਹੁਤ ਜ਼ਿਆਦਾ ਬੇਨਤੀਆਂ ਕੀਤੀਆਂ ਸੀਗੀਆਂ ਵੀ ਭਾਈ ਕਿਸੇ ਨੇ ਉਕਸਾਹਟ ਦੇ ਵਿੱਚ ਨਹੀਂ ਆਉਣਾ ਤੇ ਕੋਈ ਖਰੂਦ ਜਿਹੜਾ ਉਹ ਨਹੀਂ ਪਾਉਣਾ, ਲੁੱਟ ਖੋਹ ਨਹੀਂ ਹੋਣੀ ਚਾਹੀਦੀ, ਲੜਾਈ ਝਗੜਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਮੋਸਟਲੀ ਕਹਿ ਸਕਦੇ ਆ ਵੀ ਇਹ ਚੀਜ਼ਾਂ ਜਿਹੜੀਆਂ ਆ ਉਸ ਤਰੀਕੇ ਨਾਲ ਦੇਖੀਆਂ ਗਈਆਂ। ਸਪੈਸ਼ਲ ਉਹਨਾਂ ਨੇ ਪੀਸ ਕੀਪਰ ਹਰਜੋਤ ਸਿੰਘ ਜੀ ਲਾਏ ਸੀਗੇ ਤੇ ਨਾਲ ਕਿਹਾ ਸੀਗਾ ਵੀ ਕਿਸੇ ਤਰੀਕੇ ਦਾ ਕੋਈ ਵੈਪਨ ਜਿਹੜਾ ਉਹ ਤੁਸੀਂ ਨਹੀਂ ਲੈ ਕੇ ਆਉਣਾ ਹੈਗਾ। ਪਰ ਸਾਲਟ ਲੇਕ ਸਿਟੀ ਦੇ ਵਿੱਚ ਇੱਕ ਮੰਦਭਾਗੀ ਘਟਨਾ ਜਿਹੜੀ ਉਹ ਜ਼ਰੂਰ ਵਾਪਰੀ ਹੈਗੀ ਆ। ਕਨਫਰੰਟੇਸ਼ਨ ਆਈਸੋਲੇਟਡ ਕਹਿ ਸਕਦੇ ਵੀ ਕਈ ਥਾਵਾਂ ਦੇ ਉੱਤੇ ਹੋਈਆਂ ਪਰ ਮੋਸਟਲੀ ਥਾਵਾਂ ਦੇ ਉੱਤੇ ਇਹ ਜਿਹੜੇ ਪ੍ਰੋਟੈਸਟ ਆ
ਉਹ ਸ਼ਾਂਤੀਪੂਰਵਕ ਹੋ ਨਿਬੜੇ ਆ। ਤੇ ਪਰ ਟਰੰਪ ਹੁਣੀ ਜਿਹੜਾ ਗੁੱਸਾ ਆ ਹੁਣ ਇਹਨਾਂ ਸ਼ਹਿਰਾਂ ਦੇ ਉੱਤੇ ਇਮੀਗ੍ਰੇਸ਼ਨ ਰੇਡਸ ਦੇ ਨਾਲ ਜਿਹੜਾ ਉਹ ਕੱਢਣ ਜਾ ਰਹੇ ਹੈਗੇ। ਲਾਸ ਐਂਜਲਸ ਏਰੀਆ 'ਚ ਜਿਹੜੇ ਪ੍ਰੋਟੈਸਟ ਹੋਏ ਆ ਉੱਥੇ ਕਹਿੰਦੇ ਭਈ 561 ਲੋਕਾਂ ਨੂੰ ਅਰੈਸਟ ਕੀਤਾ ਗਿਆ ਆ। 35 ਜਿਹੜੇ ਆ ਉਹ ਕਸਟਡੀ 'ਚ ਡਾਊਨਟਾਊਨ 'ਚ ਲਏ ਗਏ ਆ। ਟੋਟਲ 561 ਪੂਰੇ ਹਫ਼ਤੇ ਦੇ ਵਿੱਚ ਅਰੈਸਟ ਹੋਏ ਆ। ਇੱਕ ਹੋਰ ਖਬਰ ਆ ਰਹੀ ਹੈ ਵੀ ਕੰਪਟਨ ਵਾਲਾ ਏਰੀਆ ਜੋ ਲਾਸ ਐਂਜਲਸ ਦੇ ਲਾਗੇ ਆ ਉੱਥੇ ਰੇਡ ਆਈਸ ਵਾਲਿਆਂ ਨੇ ਕੀਤੀ ਆ ਤੇ ਉਹਨਾਂ ਦੇ ਕੋਲ ਕਹਿੰਦੇ ਮਿਲਟਰੀ ਸਟਾਈਲ ਵਹੀਕਲ ਸੀਗੀਆਂ। ਸੋ ਇਹ ਜੋ ਖਬਰ ਆ ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਹੀ ਹੈਗੀ। ਜੀ ਤੇ ਹਰਜੋਤ ਸਿੰਘ ਜੀ ਇਰਾਨ ਤੇ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਕੁਝ ਕੁ ਹੋਰ ਅਪਡੇਟਸ ਜਿਹੜੀਆਂ ਆ ਰਹੀਆਂ ਪਰ ਇੱਕ ਕੁਇਕ ਬ੍ਰੇਕ ਲੈ ਕੇ ਆਪਾਂ ਵਾਪਸ ਮੁੜਦੇ ਹਾਂ ਤੇ ਜਾਂਦੇ ਜਾਂਦੇ ਫਿਰ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਇੱਕ ਵਾਰੀ ਫਿਰ ਤੁਹਾਨੂੰ ਵੀ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਇਜ਼ਰਾਈਲ ਤੇ ਈਰਾਨ ਦਾ ਜਿਹੜਾ ਕੌਨਫਲਿਕਟ ਆ, ਜਿੱਦਾਂ ਪਹਿਲਾਂ ਦੱਸਿਆ ਵੀ ਚੌਥੇ ਦਿਨ ਦੇ ਵਿੱਚ ਚੱਲ ਰਿਹਾ ਆ। ਟਰੰਪ ਹੁਣੀ ਕਹਿ ਰਹੇ ਆ ਵੀ ਉਹ ਬਿਲੀਵ ਕਰਦੇ ਨੇ ਵੀ ਟਾਕ ਜਿਹੜੀ ਹੈ ਗੱਲਬਾਤ ਆ ਉਹ ਹੋਣੀ ਚਾਹੀਦੀ ਆ, ਵੀ ਕੌਨਫਲਿਕਟ ਇੱਕ ਹਿਸਾਬ ਦੇ ਨਾਲ ਕੋਈ ਬੜਾ ਸਹੀ ਤਰੀਕਾ ਨਹੀਂ ਹੈਗਾ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਟਿਮ ਕਾਟਨ ਇੱਕ ਜਿਹੜੇ ਲਾਅ ਮੇਕਰ ਨੇ ਰਿਪਬਲਿਕਨ ਪਾਰਟੀ ਵੱਲੋਂ, ਇੱਕ ਪੱਤਰਕਾਰਾਂ ਦੇ ਨਾਲ ਆਈ ਥਿੰਕ ਫੇਸ ਦ ਨੇਸ਼ਨ ਦੇ ਵਿੱਚ ਉੱਥੇ ਗਏ ਹੋਏ ਸੀ, ਤਾਂ ਕਹਿੰਦੇ ਵੀ ਟਰੰਪ ਹੁਣਾਂ ਨੇ 60 ਦਿਨਾਂ ਦੀ ਮੋਹਲਤ ਦਿੱਤੀ ਸੀ, ਤੇ ਕਹਿੰਦੇ ਵੀ ਵੀਰਵਾਰ ਨੂੰ ਕਿਉਂ ਹਮਲਾ ਕੀਤਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਹਿੰਦੇ ਵੀ 60 ਦਿਨ ਹੋ ਗਏ ਸੀ, 61ਵੇਂ ਦਿਨ ਕਹਿੰਦੇ ਵੀ ਫਿਰ ਹਮਲਾ ਕੀਤਾ। ਤੇ ਫਿਰ ਅੱਗੇ ਪੱਤਰਕਾਰ ਨੇ ਪੁੱਛਿਆ ਵੀ 63ਵੇਂ ਦਿਨ ਫਿਰ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਿਉਂ ਰੱਖੀ ਸੀਗੀ, ਜਿਹੜੀ ਐਤਵਾਰ ਨੂੰ ਉਹਨਾਂ ਨੇ ਕਿਸੇ ਹੋਰ ਮੁਲਕ ਦੇ ਵਿੱਚ ਕਰਨੀ ਸੀ। ਸੋ ਉੱਥੇ ਉਹਨਾਂ ਨੂੰ ਜਵਾਬ ਨਹੀਂ ਸੀ ਆਇਆ, ਕਿਉਂਕਿ ਹੁਣ ਇਜ਼ਰਾਈਲ ਨੇ ਇਹ ਹਮਲਾ ਕਰ ਦਿੱਤਾ ਆ। ਕਈ ਵਾਰੀ ਅੱਕ ਜਿਹੜਾ ਆ, ਕਹਿੰਦੇ ਵੀ ਕੌੜਾ ਅੱਕ ਜਿਹੜਾ ਉਹ ਚੱਬਣਾ ਪੈਂਦਾ ਆ। ਸੋ ਇਹ ਸਾਰੀਆਂ ਚੀਜ਼ ਇਸ ਟਾਈਮ ਜਿਹੜੀ ਪ੍ਰਸ਼ਾਸਨ ਨੂੰ, ਅਮਰੀਕੀ ਸਰਕਾਰ ਨੂੰ ਜਾਂ ਅਮਰੀਕੀ ਬਿਊਰੋਕ੍ਰੇਸੀ ਨੂੰ ਵੀ ਜਿਹੜਾ ਨਾਲ ਦੇਖਣਾ ਪੈ ਰਿਹਾ ਆ। ਇਜ਼ਰਾਈਲ ਨੇ ਹੁਣੇ ਕੁਝ ਮਿੰਟ ਪਹਿਲਾਂ ਦੱਸਿਆ ਵੀ ਈਰਾਨ ਤੋਂ ਜਿਹੜੀਆਂ ਹੋਰ ਮਿਜ਼ਾਈਲਸ ਆ ਉਹ ਉਸ ਪਾਸੇ ਵੱਲ ਨੂੰ ਜਿਹੜੀਆਂ ਉਹ ਆ ਰਹੀਆਂ ਆ। ਉਧਰ ਇਜ਼ਰਾਈਲ ਨੇ ਤਹਿਰਾਨ ਦੇ ਲੋਕਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਨਿਕਲ ਜਾਓ, ਅਸੀਂ ਜਿਹੜਾ ਆ ਇੱਥੇ ਇੱਕ ਵੱਡਾ ਹਮਲਾ ਜਿਹੜਾ ਉਹ ਕਰਨ ਜਾ ਰਹੇ ਆ। ਇਹ ਵਾਰ ਮੌਂਗਰਿੰਗ ਆ ਜਾਂ ਵਾਕਿਆ ਹੀ ਈਰਾਨ ਬਿਲਕੁਲ ਬੰਬ ਬਣਾਉਣ ਦੀ ਕਗਾਰ ਦੇ ਉੱਤੇ ਸੀਗਾ, ਜਿਹਦੇ ਕਰਕੇ ਇਜ਼ਰਾਈਲ ਨੇ ਐਡਾ ਵੱਡਾ ਜਿਹੜਾ ਇਹ ਕਦਮ ਆ ਉਹ ਚੁੱਕ ਲਿਆ ਹੈਗਾ ਆ। ਇਹ ਆਉਣ ਵਾਲਾ ਵਕਤ ਹੀ ਜਿਹੜਾ ਉਹ ਦੱਸੇਗਾ ਕੌਣ ਸਹੀ ਸੀ ਤੇ ਕੌਣ ਜਿਹੜਾ ਇਸ ਦੇ ਵਿੱਚ ਗਲਤ। ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਐਨਕ ਲਾ ਕੇ ਜਿਹੜਾ ਉਹ ਤੁਸੀਂ ਦੇਖਦੇ ਆ। ਤੇ ਪਰ ਇਹ ਆ ਵੀ ਓਵਰਆਲ ਮੁਲਕਾਂ ਦੀ ਆਪੋ ਆਪਣੀ ਜਿਹੜੇ ਰਾਸ਼ਟਰਵਾਦ ਜਾਂ ਆਪੋ ਆਪਣੀ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਦਰਮਿਆਨ ਇਹ ਜਿਹੜੀਆਂ ਲੜਾਈਆਂ ਗਾਂ ਤੋਂ ਗਾਂ ਜਿਹੜੇ ਕੌਨਫਲਿਕਟ ਆ ਉਹ ਵੱਧ ਰਹੇ ਆ। ਟਰੰਪ ਉਹਨਾਂ ਦੇ ਉੱਤੇ ਹੁਣ ਖਾਸਾ ਪ੍ਰੈਸ਼ਰ ਹੈਗਾ ਆ ਵੀ ਇਸ ਕੌਨਫਲਿਕਟ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਰੋਕ ਸਕਣ। ਉਹਦੇ ਇਹ ਵੀ ਰਿਪੋਰਟਸ ਆ ਰਹੀਆਂ ਸੀ ਵੀ ਇਜ਼ਰਾਈਲ ਇੱਕ ਟਾਈਮ ਦੇ ਉੱਤੇ ਕਹਿ ਰਿਹਾ ਸੀਗਾ ਵੀ ਜਿਹੜੇ ਈਰਾਨ ਦੇ ਸੁਪਰੀਮ ਲੀਡਰ ਹੈਗੇ ਆ ਅਤਾਉਲਾ, ਉਹਨਾਂ ਨੂੰ ਮਾਰ ਦੇਣਾ ਚਾਹੁੰਦਾ ਸੀ ਇਜ਼ਰਾਈਲ। ਪਰ ਕਹਿੰਦੇ ਵੀ ਟਰੰਪ ਪ੍ਰਸ਼ਾਸਨ ਨੇ ਇਜ਼ਰਾਈਲ ਨੂੰ ਇਹ ਕੰਮ ਕਰਨ ਤੋਂ ਜਿਹੜਾ ਉਹ ਰੋਕ ਲਿਆ ਹੈਗਾ ਆ। ਉਧਰ ਪਾਕਿਸਤਾਨ ਨੇ ਕਿਹਾ ਵੀ ਅਸੀਂ ਪੂਰੀ ਤਰ੍ਹਾਂ ਸਪੋਰਟ ਦੇ ਵਿੱਚ ਜਿਹੜਾ ਉਹ ਆ ਰਹੇ ਆ, ਕਿ ਚਾਈਨਾ ਦਾ ਐਂਗਲ ਵੀ ਇਸ ਦੇ ਵਿੱਚ ਜਿਹੜਾ ਉਹ ਨਾਲ ਆਵੇਗਾ। ਆਪਾਂ ਨੂੰ ਇਹ ਪਤਾ ਹੈ ਵੀ ਇਹ ਕੁਛ ਕੁ ਜਿਹੜੇ ਮੁਲਕ ਨੇ ਉਹ ਈਰਾਨ ਦੇ ਫਰੈਂਡ ਹੈਗੇ ਨੇ, ਚਾਹੇ ਉਹ ਰਸ਼ੀਆ ਤੇ ਚਾਹੇ ਉਹ ਚਾਈਨਾ ਆ ਤੇ ਚਾਹੇ ਉਹ ਨਾਰਥ ਕੋਰੀਆ ਜਿਹੜਾ ਉਹ ਹੋ ਸਕਦਾ। ਕਹਿ ਲਓ ਵੀ ਦੁਨੀਆ ਦੇ ਵਿੱਚ ਜਿਹਨਾਂ ਨੂੰ ਰੋਗ ਨੇਸ਼ਨ ਮੰਨਿਆ ਜਾਂਦਾ, ਉਹ ਸਾਰੇ ਇੱਕ ਦੂਜੇ ਦੇ ਜਿਹੜੇ ਉਹ ਮਿੱਤਰ ਅਜਿਹੇ ਮਾਮਲਿਆਂ ਦੇ ਵਿੱਚ ਜਿਹੜੇ ਉਹ ਬਣਦੇ ਨੇ। ਸੋ ਇਹ ਕੌਨਫਲਿਕਟ ਅੱਗੇ ਹੋਰ ਕਿੰਨਾ ਕੁ ਜ਼ਿਆਦਾ ਵੱਧਦਾ ਆ ਜਾਂ ਇਸ ਦੇ ਉੱਤੇ ਥੰਮ ਪੈ ਜਾਊਗੀ, ਇਹ ਦੇਖਣ ਵਾਲੀ ਗੱਲ ਆ। ਪਰ ਇਜ਼ਰਾਈਲ ਵੀ ਲਗਾਤਾਰ ਆਪਣੇ ਹਮਲੇ ਬਰਕਰਾਰ ਜਿਹੜਾ ਉਹ ਰੱਖ ਰਿਹਾ ਆ, ਤੇ ਈਰਾਨ ਵੀ ਜਿਹੜੀ ਆਪਣੀ ਜਵਾਬੀ ਕਾਰਵਾਈ ਆਪਣੀਆਂ ਮਿਜ਼ਾਈਲਸ ਆ ਉਹ ਛੱਡ ਰਿਹਾ ਆ। ਰਿਪੋਰਟਸ ਇਹ ਵੀ ਆਈਆਂ ਸੀ ਈਰਾਨ ਦੇ ਦੁਆਰਾ ਵੀ ਇਜ਼ਰਾਈਲ ਦਾ ਇੱਕ ਜਿਹੜਾ ਫਾਈਟਰ ਜੈਟ ਆ F-35 ਸ਼ਾਇਦ, ਉਸ ਨੂੰ ਉਹਨਾਂ ਨੇ ਢੇਰੀ ਜਿਹੜਾ ਉਹ ਕਰ ਦਿੱਤਾ ਸੀ। ਉਹਨਾਂ ਨੇ ਵੀਡੀਓ ਜਾਰੀ ਕੀਤੀ ਸੀ, ਉਸ ਦੀ ਜਿਹੜੀ ਪੁਸ਼ਟੀ ਆ ਉਹ ਕਨਫਰਮ ਜਿਹੜੀ ਉਹ ਨਹੀਂ ਆ। ਉਹਨਾਂ ਨੇ ਤੇ ਇਹ ਵੀ ਦਾਅਵਾ ਕੀਤਾ ਸੀ ਵੀ ਇਜ਼ਰਾਈਲ ਦਾ ਜਿਹੜਾ ਉਸ ਦੇ ਵਿੱਚੋਂ ਵਿਮਾਨ ਚਲਾਉਣ ਵਾਲਾ, ਜਹਾਜ਼ ਚਲਾਉਣ ਵਾਲਾ ਆ, ਲੜਾਕੂ ਪਾਇਲਟ ਆ, ਉਸ ਨੂੰ ਵੀ ਉਹਨਾਂ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ। ਸਟਾਕ ਮਾਰਕੀਟ ਵੱਲ ਦੇਖੀਏ ਤੇ ਅੱਜ ਸਟਾਕ ਮਾਰਕੀਟ ਡਾਊ ਜੋਨ ਇੰਡਸਟਰੀਅਲ 340 ਪੁਆਇੰਟ ਅਪ ਗਿਆ ਹੈ। ਉਹਦਾ ਕਾਰਨ ਇਹ ਆ ਵੀ ਬਹੁਤ ਸਾਰੇ ਜਿਹੜੇ ਇਨਵੈਸਟਰਸ ਆ ਉਹ ਇਹ ਸੋਚ ਰਹੇ ਆ ਕਿ ਇਜ਼ਰਾਈਲ ਤੇ ਈਰਾਨ ਦੀ ਜਿਹੜੀ ਜੰਗ ਆ ਉਹ ਖਤਮ ਹੋ ਜਾਊਗੀ, ਉਹ ਕੰਟੇਨ ਹੋ ਜਾਊਗੀ। ਅਜੇ ਸੋਲਿਡ ਤਾਂ ਨਹੀਂ ਪੁਆਇੰਟ ਆਇਆ, ਪਰ ਜਿਸ ਹਿਸਾਬ ਦੇ ਨਾਲ G7 ਦੇ ਵਿੱਚ ਉਹਨਾਂ ਨੇ ਮਤਾ ਰੱਖਿਆ ਹੈਗਾ ਤੇ ਈਵਨ ਦੋ ਟਰੰਪ ਉਹਨਾਂ ਨੇ ਇਹ ਕਿਹਾ ਕਿ ਉਹ ਉਹਦੇ ਉੱਤੇ ਸਾਈਨ ਨਹੀਂ ਕਰਨਗੇ, ਪਰ ਬਾਕੀ ਜਿਹੜੇ ਯੂਰਪ ਦੇ ਮੁਲਕ ਹੈਗੇ ਆ ਤੇ ਕੈਨੇਡਾ ਤੇ ਹੋਰ ਕਾਮਨਵੈਲਥ ਕੰਟਰੀਜ਼ ਆ ਉਹ ਸਾਈਨ ਕਰਨ ਜਾ ਰਹੇ ਆ। ਹੋਪਫੁਲੀ ਜਿਹੜਾ ਇਹ ਕਨਫਲਿਕਟ ਆ ਇਹ ਛੇਤੀ ਸਮਾਪਤ ਹੋ ਜਾਏ। ਜੀ ਸੋ ਸਮਾਂ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਹੁਣ ਸਮਾਪਤ ਹੈਗਾ ਆ। ਤੇ ਜਾਂਦੇ ਇੱਕ ਦੱਸਦੇ ਜਾਈਏ, ਨਿਊਕਲੀਅਰ ਰੈਗੂਲੇਟਰੀ ਕਮਿਸ਼ਨ ਦਾ ਜਿਹੜਾ ਮੈਂਬਰ ਕ੍ਰਿਸਟੋਫਰ ਹੈਂਸਨ, ਉਸਨੇ ਦਾਅਵਾ ਕੀਤਾ ਹੈ, ਉਹ ਐਜ਼ ਏ ਕਮਿਸ਼ਨਰ ਕੰਮ ਕਰ ਰਹੇ ਸੀ US ਨਿਊਕਲੀਅਰ ਰੈਗੂਲੇਟਰੀ ਕਮਿਸ਼ਨ ਦੇ। ਉਹਨਾਂ ਨੇ ਇਹ ਦਾਅਵਾ ਕੀਤਾ ਵੀ ਉਹਨਾਂ ਨੂੰ ਪਿਛਲੇ ਵੀਕ ਟਰੰਪ ਹੋਣਾ ਦੇ ਦੁਆਰਾ ਵਿਦਆਊਟ ਐਨੀ ਕਾਜ਼ ਜੋ ਕਾਨੂੰਨ ਹੈਗੇ ਐਗਜ਼ਿਸਟਿੰਗ ਲਾ ਤੇ ਲੌਂਗ ਸਟੈਂਡਿੰਗ ਪ੍ਰੈਸੀਡੈਂਟ ਆ, ਉਸ ਤੇ ਉਲਟ ਜਾ ਕੇ ਇੰਡੀਪੈਂਡੈਂਟ ਏਜੰਸੀ ਦੇ ਅਪਾਇੰਟੀਜ਼ ਨੂੰ ਕਹਿੰਦੇ ਵੀ ਵਿਦਆਊਟ ਐਨੀ ਕਾਜ਼ ਫਾਇਰ ਕਰ ਦਿੱਤਾ ਆ।
ਇਹ ਪੁਆਇੰਟ ਕੀਤੇ ਗਏ ਸੀਗੇ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਦੇ ਦੁਆਰਾ। ਹੈਂਸਨ ਆਪਣੇ ਨੇ ਕਹਿੰਦੇ ਵੀ ਆਪਣੀ ਜਿਹੜੀ ਪੋਸਟ ਆ 5 ਸਾਲ ਦੇ ਉੱਤੇ ਸੀਗਾ, ਤੇ ਕਹਿੰਦੇ ਵੀ ਉਹ ਤਿਆਰੀ ਕਰ ਰਹੇ ਸੀ ਉਹਨਾਂ ਦੇ ਕਹਿਣ ਮੁਤਾਬਕ ਵੀ ਏਜੰਸੀ ਨੂੰ ਐਨਰਜੀ ਖੇਤਰ ਦੇ ਵਿੱਚ ਜਿਹੜੇ ਚੇਂਜਸ ਆ ਰਹੇ ਆ ਉਸ ਦੇ ਨਾਲ ਜਿਹੜਾ ਉਸ ਨੂੰ ਕਰਾ ਕੇ ਤੇ ਇੰਡੀਪੈਂਡੈਂਸ ਇੰਟੈਗ੍ਰਿਟੀ ਬਾਈਪਾਰਟੀਜ਼ਨ ਤਰੀਕੇ ਦੇ ਨਾਲ ਕਹਿੰਦੇ ਵੀ ਨਿਊਕਲੀਅਰ ਸੇਫਟੀ ਇੰਸਟੀਟਿਊਸ਼ਨ ਦੇ ਇਹ ਕਮੇਟੀ ਦੇ ਜਿਹੜੇ ਉਹ ਮੇਨ ਕਮਿਸ਼ਨ ਦੇ ਜਿਹੜੇ ਉਹ ਮੇਨ ਕਮਿਸ਼ਨਰ ਸੀਗੇ, ਸੋ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਆ। ਸੁਪਰੀਮ ਕੋਰਟ ਨੇ ਰੀਸੈਂਟਲੀ ਜਿਹੜੀ ਉਹ ਇੱਕ ਰਿਕੁਐਸਟ ਟਰੰਪ ਐਡਮਿਨਿਸਟ੍ਰੇਸ਼ਨ ਦੀ ਉਸ ਨੂੰ ਗ੍ਰਾਂਟ ਕਰ ਦਿੱਤਾ ਸੀ, ਜਿਸ ਦੇ ਵਿੱਚ ਟਰੰਪ ਹੁਣਾਂ ਨੂੰ ਅਥਾਰਟੀ ਜਿਹੜੀ ਉਹ ਮਿਲੀ ਸੀਗੀ ਵੀ ਉਹ ਇੰਡੀਪੈਂਡੈਂਟ ਫੈਡਰਲ ਏਜੰਸੀਜ਼ ਦੇ ਜਿਹੜੇ ਮੈਂਬਰਸ ਆ ਉਹਨਾਂ ਨੂੰ ਇਹਨਾਂ ਦੇ ਨੂੰ ਫਾਇਰ ਕਰ ਸਕਦੇ ਹੈਗੇ ਆ। ਜੀ ਮੇਰੇ ਰਾਜਕਮਲ ਸਿੰਘ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ।